ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਐਵੇਂ ਲੱਗਦਾ ਹੈ ਕਿ ਪੰਜਾਬ ਇੱਕ ਗਹਿਰੇ ਘਰੇਲੂ ਸੰਕਟ ਦੇ ਵਿੱਚ ਹੈ। ਇਸ ਸੰਕਟ ਦੇ ਵਿੱਚੋਂ ਹੀ ਰਾਜਨੀਤਿਕ ਤੇ ਸੰਵਿਧਾਨਿਕ ਕ੍ਰਾਈਸਿਸ ਨਿਕਲ ਰਿਹਾ ਹੈ। ਇਹਦੇ ਵਿੱਚੋਂ ਹੀ ਬੁਨਿਆਦ ਪ੍ਰਸਤੀ ਵੱਲ ਝੁਕਾਵ ਤੇ ਇਹਦਾ ਉਭਾਰ, ਔਰ ਇਹਦੇ ਵਿੱਚੋਂ ਕਲਟ ਲੀਡਰਸ ਦਾ ਉਭਾਰ ਜਿਹੜਾ ਖਾਸ ਤੌਰ ਤੇ ਆਪਾਂ ਨੂੰ ਨਜ਼ਰ ਆ ਰਿਹਾ, ਜਿਹਦੇ ਵਿੱਚੋਂ ਹੀ ਫਰਦਰ ਇੱਕ ਟੌਕਸਿਕ ਨੈਸ਼ਨੈਲਿਟੀ, ਜ਼ਹਿਰੀਲਾ ਰਾਸ਼ਟਰਵਾਦ ਨਿਕਲ ਕੇ ਪੰਜਾਬ ਤੇ ਭਾਰੀ ਪੈਂਦਾ ਲੱਗਦਾ ਹੈ। ਨਾਲ ਹੀ ਲੱਗਦਾ ਐਵੇਂ ਕਿ ਪੰਜਾਬ ਦੀ ਆਰਥਿਕਤਾ ਜਿਹੜੀ ਆ ਉਹ ਅਸਥਿਰ ਆ। ਪੰਜਾਬ ਤੇ ਕਰਜ਼ੇ ਦੀ ਪੰਡ ਵੀ ਲੋਕਾਂ ਨੂੰ ਭਾਰੀ ਲੱਗਦੀ ਹੈ। ਪੰਜਾਬ ਦੀ ਨੌਜਵਾਨੀ ਐਵੇਂ ਲੱਗਦਾ ਹੈ ਕਿ ਆਪਣੀਆਂ ਇੱਛਾਵਾਂ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਪੂਰੀਆਂ ਨਹੀਂ ਕਰ ਪਾਉਣਗੇ, ਇਸ ਕਰਕੇ ਉਹ ਵੈਸਟਰਨ ਓਪਨ ਸੁਸਾਇਟੀਜ਼ ਵੱਲ, ਜਿਹੜੇ ਸਥਾਪਿਤ ਹੋਏ ਦੇਸ਼ ਨੇ ਉਹਨਾਂ ਵੱਲ ਨੂੰ ਪ੍ਰਵਾਸ ਕਰ ਰਹੇ ਨੇ। ਬਹੁਤ ਸਾਰੀਆਂ ਪ੍ਰੋਬਲਮਸ ਨੇ, ਇਸੇ ਕਰਕੇ ਮੈਂ ਸ਼ਬਦ ਵਰਤਿਆ ਕਿ ਪੰਜਾਬ ਇੱਕ ਘਰੇਲੂ ਸੰਕਟ ਦੇ ਵਿੱਚ ਆ। ਇਸ ਘਰੇਲੂ ਸੰਕਟ ਦੇ ਪਿੱਛੇ ਕੀ ਕਾਰਨ ਨੇ, ਉਹਨਾਂ ਕਾਰਨਾਂ ਨੂੰ ਸਮਝਣ ਦੇ ਲਈ, ਜਿਹੜੇ ਕਾਰਨ ਇਸ ਘਰੇਲੂ ਸੰਕਟ ਨੂੰ ਐਗਜ਼ੈਜਰੇਟ ਕਰ ਰਹੇ ਨੇ ਜਾਂ ਇਹ ਸਮੱਸਿਆਵਾਂ ਨੂੰ ਵਧਾ ਰਹੇ ਨੇ, ਉਹਨਾਂ ਕਾਰਨਾਂ ਨੂੰ ਸਮਝਣ ਲਈ ਮੈਂ ਇੱਕ ਸੋਸ਼ਲ ਡਾਇਲੌਗ ਦੀ ਸੀਰੀਜ਼ ਖਾਸ ਤੌਰ ਤੇ ਤੁਹਾਡੇ ਲਈ ਲੈ ਕੇ ਆ ਰਹੀ ਹਾਂ, ਜਿਹਦੇ ਵਿੱਚ ਅਲੱਗ-ਅਲੱਗ ਖਿੱਤਿਆਂ ਦੇ ਵਿਦਵਾਨ ਲੋਕ, ਐਕਸਪਰਟ ਲੋਕ ਜਿਹੜੇ ਹੋਣਗੇ, ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਾਵਾਂਗੇ। ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਪ੍ਰੋਬਲਮਸ ਨੇ ਪੰਜਾਬ ਦੇ ਵਿੱਚ, ਕਿਉਂ ਪੰਜਾਬ ਰੈਸਟਲੈਸ ਹੁੰਦਾ ਹੈ, ਕਿਉਂ ਪੰਜਾਬ ਦੀ ਨੌਜਵਾਨੀ ਰੈਸਟਲੈਸ ਹੈ। ਇਸੇ ਲਈ ਅੱਜ ਦਾ ਪਹਿਲਾ ਪ੍ਰੋਗਰਾਮ ਹੈ ਜਿਹਦੇ ਵਿੱਚ ਮੇਰੇ ਨਾਲ ਇਨਫੇਮਸ, ਕਾਫੀ ਮਸ਼ਹੂਰ ਮੰਨੇ ਪਰਮੰਨੇ ਦੇਸ਼ ਦੇ, ਆਪਣੇ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਇਕੋਨੋਮਿਸਟ ਸਰਦਾਰ ਸੁੱਚਾ ਸਿੰਘ ਗਿੱਲ ਨੇ। ਮੈਂ ਸਵਾਗਤ ਕਰਦੀ ਹਾਂ ਗਿੱਲ ਸਾਹਿਬ ਤੁਹਾਡਾ ਜੀ। ਬਹੁਤ ਬਹੁਤ ਸ਼ੁਕਰੀਆ ਮਨਵੀਰ, ਮੈਨੂੰ ਆਪਣੇ ਇਸ ਸੀਰੀਜ਼ ਆਫ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਵਾਸਤੇ। ਗਿੱਲ ਸਾਹਿਬ, ਪੰਜਾਬ ਦੇ ਵਿੱਚ ਜੋ ਸਮਾਜਿਕ, ਜੋ ਮੈਂ ਸ਼ਬਦ ਵਰਤਿਆ ਕਿ ਰੈਸਟਲੈਸਨੈਸ ਹੈ ਸਾਡੇ ਨੌਜਵਾਨਾਂ ਦੇ ਵਿੱਚ, ਲੋਕਾਂ ਦੇ ਵਿੱਚ ਵੀ ਹੈ ਜੀ। ਸਾਡੀ ਰਾਜਨੀਤਿਕ ਕ੍ਰਾਈਸਿਸ ਵੀ ਹੈ, ਸੰਵਿਧਾਨਿਕ ਕ੍ਰਾਈਸਿਸ ਵੀ ਹੈ, ਔਰ ਆਰਥਿਕ ਸੰਕਟ ਵੀ ਨਜ਼ਰ ਆਉਂਦਾ ਹੈ। ਕੀ ਇਹ ਆਪਸ ਦੇ ਵਿੱਚ ਜੁੜੇ ਹੋਏ ਨੇ, ਜਾਂ ਮੈਂ ਦੇਖਾਂ ਕਿ ਪੰਜਾਬ ਦੇ ਵਿੱਚ, ਕਿਉਂਕਿ ਅਰਥ ਵਿਵਸਥਾ ਤੇ ਗੱਲ ਕਰਨੀ ਬਹੁਤ, ਇਟਸ ਅ ਹਾਈਲੀ ਟੈਕਨੀਕਲ ਸਬਜੈਕਟ, ਹਰ ਕੋਈ ਇਹਦੇ ਤੇ ਨਹੀਂ ਕਰ ਪਾਉਂਦਾ, ਇਸੇ ਕਰਕੇ ਅਸੀਂ ਤੁਹਾਡੇ ਵਰਗੇ ਮਾਹਿਰਾਂ ਦਾ ਸਮਾਂ ਮੰਗਦੇ ਹਾਂ। ਸਰ, ਜੋ ਪੰਜਾਬ ਦੇ ਵਿੱਚ ਪ੍ਰੋਬਲਮਸ ਨੇ, ਕੀ ਇਹਦੀ ਜੜ ਪੰਜਾਬ ਦੀ ਮਾੜੀ ਆਰਥਿਕਤਾ ਦੇ ਵਿੱਚ ਪਈ ਹੋਈ ਹੈ ਜੀ? ਕਿਵੇਂ ਦੇਖਦੇ ਹੋ ਤੁਸੀਂ? ਮਨਵੀਰ, ਮੈਂ ਸਮਝਦਾ ਕਿ ਜਿਹੜਾ ਪੰਜਾਬ ਦਾ ਸੰਕਟ ਹੈ ਇਹ 80ਵਿਆਂ ਤੋਂ ਸ਼ੁਰੂ ਹੋ ਕੇ ਲਗਾਤਾਰ ਚੱਲਦਾ ਆ ਰਿਹਾ, ਔਰ ਸਮੇਂ ਨਾਲ ਇਹ ਜ਼ਿਆਦਾ ਗਹਿਰਾ ਹੋਇਆ ਹੈਗਾ। ਤੇ ਇਹਦੀ ਜੜ ਤਾਂ ਆਰਥਿਕਤਾ ਹੀ ਹੈ, ਕਿਉਂਕਿ ਆਰਥਿਕਤਾ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੁੰਦੀਆਂ ਨੇ ਉਹਦੇ ਨਾਲ ਲੋਕ ਬੜੇ ਪ੍ਰਭਾਵਿਤ ਹੁੰਦੇ ਆ। ਸਾਨੂੰ ਅਕਸਰ ਇਹ ਪਤਾ ਹੈ ਕਿ ਜਦੋਂ ਘਰ ਦੇ ਵਿੱਚ ਤੰਗੀ ਆ ਜਾਂਦੀ ਹੈ ਤੇ ਘਰ ਦੇ ਵਿੱਚ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਲੋਕਾਂ ਦੀਆਂ ਲੋੜਾਂ, ਘਰ ਦੇ ਵਿੱਚ ਮੈਂਬਰਾਂ ਦੀਆਂ ਲੋੜਾਂ, ਉਹਨਾਂ ਦੀਆਂ ਆਕਾਂਖਾਵਾਂ ਉਹ ਪੂਰੀਆਂ ਨਹੀਂ ਹੁੰਦੀਆਂ। ਤੋ ਇਸ ਕਰਕੇ ਫਿਰ ਉਹ ਸਮਝਣ ਦੀ ਕਈ ਵਾਰੀ ਸਮਰੱਥਾ ਨਹੀਂ ਹੁੰਦੀ ਤੇ ਇੱਕ ਦੂਜੇ ਨਾਲ ਲੜਾਈ ਝਗੜਾ ਸ਼ੁਰੂ ਕਰ ਲੈਂਦੇ ਨੇ। ਇਸੇ ਤਰ੍ਹਾਂ ਜਿਹੜੀ ਪੰਜਾਬ ਦੀ ਆਰਥਿਕਤਾ ਹੈ, ਇਹਦੇ ਵਿੱਚ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਕੁਝ ਸਮੱਸਿਆਵਾਂ ਸ਼ੁਰੂ ਹੋਈਆਂ ਜਿਨ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਔਰ ਉਹ ਸਮੱਸਿਆਵਾਂ ਨੂੰ ਲਾਅ ਐਂਡ ਆਰਡਰ ਸਮਝ ਕੇ ਔਰ ਉਹਦਾ ਇੱਕ ਡਿਫਰੈਂਟ ਡਾਇਰੈਕਸ਼ਨ ਬਣ ਗਈ, ਤੇ ਉਹਦੇ ਨਾਲ ਪੰਜਾਬ ਦਾ ਜਿਹੜਾ ਆਰਥਿਕ ਕ੍ਰਾਈਸਿਸ ਹੈ ਉਹ ਲਗਾਤਾਰ ਵੱਧਦਾ ਗਿਆ। ਔਰ ਇਹਦੀ ਜਿਹੜੀ ਨਿਸ਼ਾਨੀਆਂ ਨੇ ਇਹ ਸਾਨੂੰ ਕਈ ਰੂਪ ਵਿੱਚ ਮਿਲਦੀਆਂ ਨੇ। ਇੱਕ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਕਰਜ਼ੇ 'ਚ ਡੁੱਬੀ ਹੋਈ ਹੈ, ਕਿ ਜਦੋਂ ਪੰਜਾਬ ਗੌਰਮੈਂਟ, ਪ੍ਰੈਜ਼ੈਂਟ ਪੰਜਾਬ ਗੌਰਮੈਂਟ ਨੇ ਪਿਛਲੇ ਸਾਲ ਫਰਵਰੀ 24 ਦੇ ਵਿੱਚ ਸਹੁੰ ਚੱਕੀ ਹੈ, ਤਾਂ ਉਦੋਂ ਲਗਭਗ 3 ਲੱਖ ਕਰੋੜ ਦਾ ਇਹਨਾਂ ਸਿਰ ਕਰਜ਼ਾ ਸੀਗਾ। ਤਾਂ ਜਿਹੜਾ ਲੱਗਦਾ ਹੈ ਕਿ ਇਹ 3,50,000, 3.5 ਲੱਖ ਕਰੋੜ ਜਾਂ ਇਸ ਤੋਂ ਵੱਧ ਹੋ ਜਾਏਗਾ ਇੱਕ ਸਾਲ ਦੇ ਬਾਅਦ। ਤੋ ਇਹ ਕਰਜ਼ੇ ਕਰਕੇ ਸਰਕਾਰ ਜਿਹੜੀ ਹੈ ਉਹ ਉਹਦੇ 'ਚ ਕੋਈ ਕਪੈਸਿਟੀ ਨਹੀਂ ਹੈ ਕਿ ਇਕੋਨਮੀ 'ਚ ਇੰਟਰਵੀਨ ਕਰੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ। ਇੱਕ ਵੱਡੀ ਸਮੱਸਿਆ ਪੰਜਾਬ ਦੀ ਇਹ ਆ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਨੂੰ ਲੈ ਕੇ ਐਕਸਪੈਰੀਮੈਂਟ ਬਹੁਤ ਕੀਤੇ ਗਏ ਨੇ। ਤੁਹਾਨੂੰ ਯਾਦ ਹੋਣਾ ਕਿ 1996 ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਰੈਗੂਲਰ ਸਿਲੈਕਸ਼ਨਸ ਨੇ ਅਧਿਆਪਕਾਂ ਦੀਆਂ, ਕਾਲਜ ਅਧਿਆਪਕਾਂ ਦੀਆਂ, ਇਹ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ। ਫਿਰ ਇਹ ਫੈਸਲਾ ਕੀਤਾ ਗਿਆ 97 'ਚ ਅਕਾਲੀ ਗੌਰਮੈਂਟ ਨੇ ਕਿ ਹਰ ਸਾਲ ਯੂਨੀਵਰਸਿਟੀਆਂ ਦੀ 10% ਗ੍ਰਾਂਟ ਘਟਾਈ ਜਾਣੀ ਹੈ ਤੇ 10 ਸਾਲਾਂ 'ਚ ਯੂਨੀਵਰਸਿਟੀਆਂ ਦੀ ਗ੍ਰਾਂਟ 0 ਕਰ ਦੇਣੀ ਆ। ਫਿਰ ਇਹਨਾਂ ਨੇ ਫੈਸਲਾ ਕੀਤਾ ਕਿ ਜਿਹੜੇ ਲੋਕ ਭਰਤੀ ਕਰਨੇ ਨੇ ਉਹਨਾਂ ਨੂੰ ਫਿਕਸ ਤੇ ਰੱਖਣਾ ਹੈ, ਕੰਟਰੈਕਟ ਤੇ ਰੱਖਣਾ, ਰੈਗੂਲਰ ਨੌਕਰੀ ਨਹੀਂ ਦੇਣੀ। ਫਿਰ ਫੈਸਲਾ ਆ ਗਿਆ ਕਿ ਜਿਹੜੇ ਲੋਕੀ ਨਵੀਆਂ ਨੌਕਰੀਆਂ ਜਾਣਗੇ ਉਹਨਾਂ ਨੂੰ ਪੈਨਸ਼ਨਾਂ ਨਹੀਂ ਮਿਲਣੀਆਂ। ਸੋ ਰੁਜ਼ਗਾਰ ਦੀ ਕੁਆਲਿਟੀ ਬਹੁਤ ਖਰਾਬ ਕਰਤੀ ਗਈ, ਤੇ ਇਹਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਨੌਜਵਾਨ ਹੈ ਉਹਨੂੰ
ਕਿਸੇ ਕਿਸਮ ਦੀ ਜਿਹੜੀ ਚੰਗੀ ਜ਼ਿੰਦਗੀ ਹੈ ਉਹਦੀ ਆਸ਼ਾ ਨਹੀਂ ਮਿਲਦੀ। ਉਹਨੂੰ ਪਹਿਲੀ ਗੱਲ ਤੇ ਇਹ ਲੱਗਦਾ ਕਿ ਮੈਨੂੰ ਨੌਕਰੀ ਨਹੀਂ ਮਿਲਣੀ। ਦੂਸਰੀ ਗੱਲ ਉਹਨੂੰ ਲੱਗਦੀ ਜੇ ਮੈਨੂੰ ਨੌਕਰੀ ਮਿਲ ਗਈ ਤਾਂ ਮੈਨੂੰ ਰਿਟਾਇਰਮੈਂਟ ਬੈਨੀਫਿਟ ਨਹੀਂ ਮਿਲਣੇ। ਜੇ ਰਿਟਾਇਰਮੈਂਟ ਬੈਨੀਫਿਟ ਮਿਲਣੇ ਤਾਂ ਉਹਨਾਂ ਦੀ ਪੇਮੈਂਟ ਨਹੀਂ ਹੋਣੀ। ਤੇ ਇਹ ਜਿਹੜਾ ਵਰਤਾਰਾ ਹੈ ਐਗਰੀਕਲਚਰ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆਉਣ ਦੇ ਨਾਲ ਤੇਜ਼ੀ ਨਾਲ ਤਬਦੀਲੀਆਂ ਆਈਆਂ ਤੇ ਨੌਜਵਾਨਾਂ ਜਿਹੜੇ ਨੇ ਉਹਨਾਂ ਦੀਆਂ ਆਕਾਂਖਾਵਾਂ, ਉਹਨਾਂ ਦੀਆਂ ਜਿਹੜੀਆਂ ਵਾਟ ਯੂ ਕਾਲ ਡਿਜ਼ਾਇਰ ਜਿਹੜੀਆਂ ਨੇ ਉਹ ਵਧੀਆਂ। ਦੂਸਰਾ ਹੈ ਕਿ ਪੰਜਾਬ ਦਾ ਇੰਟਰਨੈਸ਼ਨਲ ਲਿੰਕ ਲਾਈਵ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਨਾਲ ਪੰਜਾਬ ਦੇ ਲੋਕ ਜੁੜੇ ਹੋਏ ਨੇ ਤੇ ਲੋਕਾਂ ਨੂੰ ਲੱਗਣ ਲੱਗਿਆ ਕਿ ਜੇ ਬਾਹਰਲੇ ਮੁਲਕਾਂ ਦੇ ਵਿੱਚ ਸਾਡੀ ਪੋਜੀਸ਼ਨ ਅਸੀਂ ਜਾ ਕੇ ਚੰਗੀ ਜ਼ਿੰਦਗੀ ਬਿਤਾ ਸਕਦੇ ਹਾਂ ਤੇ ਇੱਥੇ ਸਾਨੂੰ ਕਿਉਂ ਉਸ ਤਰ੍ਹਾਂ ਦੀ ਸਹੂਲਤ ਨਹੀਂ ਮਿਲਦੀ। ਉਸ ਫਿਰ ਹੌਲੀ ਹੌਲੀ ਹੋਇਆ ਕਿ ਜਦੋਂ ਅਸੀਂ ਅਧਿਆਪਕ ਨਹੀਂ ਲਾਏ, ਸਿਹਤ ਸੇਵਾਵਾਂ ਖਰਾਬ ਕਰ ਲਈਆਂ, ਤਾਂ ਇੱਥੋਂ ਦਾ ਜਿਹੜਾ ਨੌਜਵਾਨ ਆ ਉਹਨੇ ਸੋਚਿਆ ਕਿ ਆਈਲੈਟਸ ਕਰਕੇ +2 ਤੋਂ ਬਾਅਦ ਬਾਹਰ ਚਲ ਜਾਓ ਤੇ ਉੱਥੇ ਕੁਝ ਚੰਗੀ ਐਜੂਕੇਸ਼ਨ ਮਿਲ ਜੇਗੀ, ਨਾਲ ਉੱਥੇ ਸੈਟਲ ਹੋਣ ਦਾ ਮੌਕਾ ਮਿਲ ਜੇਗਾ। ਤਾਂ ਇਹ ਇੱਕ ਸਿਚੁਏਸ਼ਨ ਹੈ ਜਿਹਦੇ 'ਚ ਪੰਜਾਬ ਕਾਬੂ ਵਿੱਚ ਫਸਿਆ ਤੇ ਗੌਰਮੈਂਟ ਦੇ ਕੋਲ ਕੋਈ ਸਮਰੱਥਾ ਨਹੀਂ ਹੈ ਕਿ ਉਹਨੂੰ ਤੋੜ ਸਕੇ। ਥੋੜੀ ਬਹੁਤ ਕੋਸ਼ਿਸ਼ ਨਵੀਂ ਗੌਰਮੈਂਟ ਨੇ ਕੀਤੀ ਹੈ ਕਿ ਰੈਗੂਲਰ ਨੌਕਰੀਆਂ ਦਾ ਉਹਨਾਂ ਨੇ ਰਸਤਾ ਖੋਲ੍ਹਿਆ ਹੈਗਾ। ਕੁਝ ਕੱਚਿਆਂ ਨੂੰ ਰੈਗੂਲਰ ਕੀਤਾ, ਜਿਹੜੇ ਕੰਟਰੈਕਟ ਤੇ ਲੱਗੇ ਉਹਨਾਂ ਨੂੰ ਰੈਗੂਲਰ ਕੀਤਾ ਤੇ ਹੋਰ ਵੀ ਇਹੋ ਜਿਹੀ ਗੱਲ ਕਰ ਰਹੇ ਆ। ਲੇਕਿਨ ਜਿਸ ਤਰ੍ਹਾਂ ਵੱਡਾ ਕ੍ਰਾਈਸਿਸ ਹੈ ਤੇ ਸੈਂਟਰ ਕੋਆਪਰੇਟ ਨਹੀਂ ਕਰ ਰਿਹਾ। ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੀ ਬਿਲਕੁਲ ਮਦਦ ਨਹੀਂ ਕਰ ਰਹੀ। ਰਾਦਰ ਲਗਾਤਾਰ ਉਹਨਾਂ ਨੂੰ ਗਵਰਨਰ ਸਾਹਿਬ ਵੀ ਤੰਗ ਕਰ ਰਹੇ ਨੇ ਤੇ ਸੈਂਟਰ ਗਵਰਨਮੈਂਟ ਵੀ ਤੰਗ ਕਰ ਰਹੀ ਆ। ਕਦੇ ਜਿਹੜਾ ਹੈਗਾ ਰੂਰਲ ਡਿਵੈਲਪਮੈਂਟ, ਹਾਂ, ਉਹ ਫੰਡ ਜਿਹੜਾ ਉਹਨੂੰ ਘਟਾਉਣ ਦੀ ਗੱਲ ਹੁੰਦੀ ਹੈ, ਕਿਤੇ ਉਹਨੂੰ 1% ਕਰਨ ਦੀ ਗੱਲ ਕਰਦੇ ਨੇ। ਤਾਂ ਇਹਦੇ ਨਾਲ ਜਿਹੜੇ ਪੰਜਾਬ ਦੇ ਜਿਹੜੇ ਰੂਰਲ ਡਿਵੈਲਪਮੈਂਟ ਦੇ ਖਰਚੇ ਨੇ ਉਹਨਾਂ ਦੇ ਫੰਡ ਨਹੀਂ ਰਿਲੀਜ਼ ਕੀਤੇ ਜਾਂਦੇ, ਗ੍ਰਾਂਟਾਂ ਨਹੀਂ ਰਿਲੀਜ਼ ਕੀਤੀਆਂ ਜਾਂਦੀਆਂ। ਤੇ ਇਸ ਕਰਕੇ ਪੰਜਾਬ ਇੱਕ ਗਹਿਰੇ ਸੰਕਟ ਵਿੱਚ ਫਸਿਆ ਹੋਣ ਕਰਕੇ ਉਹਨੂੰ ਜਿਹੜੇ ਲੋਕ ਨੇ ਵੱਖ-ਵੱਖ ਦਿਸ਼ਾਵਾਂ 'ਚ ਖਿੱਚ ਰਹੇ ਨੇ। ਉਹ ਦਿਸ਼ਾਵਾਂ ਜਿਹੜੀਆਂ 2-3 ਕਿਸਮ ਦੀਆਂ ਸਾਨੂੰ ਨਜ਼ਰ ਆਉਂਦੀਆਂ ਨੇ ਜਿੱਥੇ ਆਪਾਂ ਗੱਲ ਕਰ ਸਕਦੇ ਹਾਂ। ਇੱਕ ਦਿਸ਼ਾ ਹੈ ਸੋਸ਼ਲ ਮੂਵਮੈਂਟ ਦੀ, ਕਿ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕਈ ਸਾਲਾਂ ਤੋਂ ਜਿਵੇਂ 2021 ਤੋਂ ਲੈ ਕੇ 22 ਤੱਕ ਤੇ ਕਿਸਾਨ ਮੂਵਮੈਂਟ ਨੇ ਦਿੱਲੀ ਦੀਆਂ ਬਰੂਹਾਂ ਤੇ ਦਸਤਕ ਦਿੱਤੀ ਤੇ ਬੜੀ ਜ਼ਬਰਦਸਤ ਮੂਵਮੈਂਟ ਬਣੀ, ਉਹ 'ਚ ਪੰਜਾਬ ਦੀ ਕਾਫੀ ਜ਼ਿਆਦਾ ਸ਼ਮੂਲੀਅਤ ਹੋਈ। ਉਸ ਤੋਂ ਬਾਅਦ ਆਣ ਕੇ ਪੰਜਾਬ 'ਚ ਧਰਨੇ ਮੋਰਚੇ ਕਿਸਾਨ ਲਗਾਤਾਰ ਲਾ ਰਹੇ ਨੇ। ਜੀਰਾ ਫੈਕਟਰੀ 'ਚ ਉਹਨਾਂ ਧਰਨਾ ਲਾਇਆ। ਉਸ ਤੋਂ ਬਾਅਦ ਜਿਹੜੇ ਧਾਰਮਿਕ ਮੁੱਦੇ ਨੇ ਜਿਨ੍ਹਾਂ ਦੇ ਮਸਲੇ ਹੱਲ ਨਹੀਂ ਹੋਏ, ਜੈਤੋ ਵਿੱਚ, ਬਾਈਬਲ ਕਲਾਂ ਦੇ ਵਿੱਚ ਲੋਕਾਂ ਨੇ ਧਰਨੇ ਲਾਏ। ਜਿਹੜੇ ਬੰਦੀ ਸਿੱਖ ਨੇ ਉਹਨਾਂ ਦੀ ਰਿਹਾਈ ਵਾਸਤੇ ਮੋਹਾਲੀ ਚੰਡੀਗੜ੍ਹ ਦੇ ਬਾਰਡਰ ਤੇ ਧਰਨੇ ਲੱਗੇ ਹੋਏ ਨੇ। ਤੇ ਇਸੇ ਤਰ੍ਹਾਂ ਹਰ ਜਗ੍ਹਾ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਜਿਨ੍ਹਾਂ ਦੀ ਟ੍ਰੇਨਿੰਗ ਜਿਨ੍ਹਾਂ ਕੋਲ ਹੈ, ਉਹ ਨੌਕਰੀਆਂ ਵਾਸਤੇ ਮੁੱਖ ਮੰਤਰੀਆਂ ਦੇ ਘਰਾਂ 'ਚ, ਪੁਰਾਣੀ ਸਰਕਾਰ ਦੇ ਟਾਈਮ ਵੀ ਪਟਿਆਲੇ 'ਚ ਧਰਨੇ ਲੱਗਦੇ ਸੀ, ਹੁਣ ਸੰਗਰੂਰ 'ਚ ਧਰਨੇ ਲੱਗ ਰਹੇ ਨੇ। ਸੋ ਸੋਸ਼ਲ ਮੂਵਮੈਂਟ ਜਿਹੜੀ ਆ ਉਹ ਇੰਡੀਕੇਟ ਕਰਦੀ ਹੈ ਕਿ ਸੂਬੇ ਦੇ ਵਿੱਚ ਕਾਫੀ ਰੈਸਟਲੈਸਨੈਸ ਹੈ। ਇਹਦੇ ਨਾਲ ਹੀ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ, ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਨੇ, ਅਕਾਲੀ ਦਲ, ਕਾਂਗਰਸ, ਉਹਨਾਂ ਨੂੰ ਲੋਕਾਂ ਨੇ ਨਕਾਰਤਾ ਕਿਉਂਕਿ ਉਹਨਾਂ ਨੇ ਕ੍ਰਾਈਸਿਸ ਪੈਦਾ ਕਰਨ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਔਰ ਇਹਨੂੰ ਹੱਲ ਨਹੀਂ ਕੀਤਾ। ਜਿਵੇਂ ਕਰਜ਼ਾ ਚੜਾਤਾ, ਨੌਕਰੀਆਂ ਕੱਚੀਆਂ ਕਰਤੀਆਂ, ਲੋਕਾਂ ਦੇ ਰਿਟਾਇਰਮੈਂਟ ਬੈਨੀਫਿਟ ਨਹੀਂ ਮਿਲੇ ਲੋਕਾਂ ਨੂੰ, ਬਹੁਤ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਆ ਗਈਆਂ ਨੇ। ਫਿਰ ਇੱਕ ਇਸ ਤੋਂ ਬਾਹਰ ਲੋਕ ਨੇ ਜਿਹੜੇ ਸਮਝਦੇ ਨੇ ਕਿ ਇਸ ਕ੍ਰਾਈਸਿਸ ਦੇ ਹੱਲ ਵਾਸਤੇ ਜਿਹੜਾ ਅਲਟਰਾ ਨੈਸ਼ਨਲਿਜ਼ਮ ਹੈ, ਜਿਹਨੂੰ ਤੁਸੀਂ ਕਹਿ ਰਹੇ ਜੇ, ਉਹਦੀ ਗੱਲ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਆ। ਕਿਉਂਕਿ 1997 ਤੋਂ ਬਾਅਦ ਜਿਹੜਾ ਅੱਤਵਾਦ ਹੈ ਜਾਂ ਮਿਲੀਟੈਂਟ ਮੂਵਮੈਂਟ ਹੈ ਉਹਦਾ ਲਗਭਗ ਇੱਕ ਤਰ੍ਹਾਂ ਸਫਾਇਆ ਹੋ ਗਿਆ ਸੀਗਾ। ਲੇਕਿਨ ਪਿਛਲੇ ਸਾਲ ਤੋਂ ਕੁਝ ਨੌਜਵਾਨ ਬਾਹਰੋਂ ਆਇਆ, ਉਹਦੇ ਲੀਡਰਸ਼ਿਪ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਇਕੱਠੇ ਕਰਨਾ ਸ਼ੁਰੂ ਕੀਤਾ। ਔਰ ਇਹ 'ਚ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਸਮੱਸਿਆਵਾਂ ਦੇ ਹੱਲ ਨੂੰ ਠੀਕ ਕਰਨ ਦੀ ਬਜਾਏ ਇੱਕ ਨਸ਼ੇ ਦੀ ਪ੍ਰੋਬਲਮ ਨੇ ਬਹੁਤ ਪੰਜਾਬ ਨੂੰ ਗ੍ਰਸਤ ਕੀਤਾ ਹੈ। ਤੇ ਇਸ ਕਰਕੇ ਕੁਝ ਲੋਕ ਇਹ ਸਮਝਦੇ ਨੇ ਕਿ ਨਾਅਰਾ ਦੇ ਕੇ ਕਿ ਨਸ਼ਿਆਂ ਛਡਾਓ, ਉਹਨਾਂ ਨੂੰ ਅੰਮ੍ਰਿਤ ਛਕਾਓ ਔਰ ਉਹਦੇ ਨਾਲ ਲੋਕਾਂ ਦੀ ਮੋਬਿਲਾਈਜੇਸ਼ਨ ਕਰਕੇ ਸਮੱਸਿਆਵਾਂ ਦਾ ਹੱਲ ਕਰਕੇ ਮਿਲੀਟੈਂਟ ਨੈਸ਼ਨਲਿਜ਼ਮ ਦੇ ਨਾਲ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਸੋ ਇਹ 3 ਡਾਇਰੈਕਸ਼ਨਸ ਨੇ ਜਿਹਦੇ 'ਚ ਸਮਾਜਿਕ ਰਾਜਨੀਤਿਕ ਲਹਿਰਾਂ ਜਿਹੜੀਆਂ ਨੇ ਉਹ ਮੂਵ ਕਰ ਰਹੀਆਂ ਨੇ ਔਰ ਪੰਜਾਬ ਦੇ ਲੋਕ ਕਨਫਿਊਜ਼ਡ ਨੇ ਕਿ ਕਿਸ ਪਾਸੇ ਉਹ ਸੋਚਣ, ਕਿਵੇਂ ਉਹ ਕਰਨ। ਇਸ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਭਵਿੱਖ ਠੀਕ ਨਹੀਂ ਹੈ, ਉਹਨਾਂ ਨੇ ਬਾਹਰ ਜਾਣ ਦਾ ਫੈਸਲਾ ਕਰ ਲਿਆ। ਤਾਂ ਇਹ ਇੱਕ ਬੜੀ ਪੰਜਾਬ ਦੀ ਤਰਾਸਦੀ ਹੈ। ਸਰ, ਆਪਾਂ ਜਦੋਂ ਗੱਲ ਕਰਦੇ ਹਾਂ ਕਿ ਮਿਲੀਟੈਂਸੀ ਤੋਂ ਬਾਅਦ ਦਾ ਜਿਹੜਾ ਸਮਾਂ ਆਇਆ ਉਹ ਔਖਾ ਸਮਾਂ ਆਇਆ ਤੇ ਕਿਤੇ ਨਾ ਕਿਤੇ ਕਰਜ਼ਾ ਪੰਜਾਬ ਦੇ ਉੱਤੇ ਚੜਿਆ, ਪੰਜਾਬ ਦੀ ਅਰਥ ਵਿਵਸਥਾ ਖਰਾਬ ਹੋਈ, ਪੰਜਾਬ 'ਚੋਂ ਇੰਡਸਟਰੀ ਚਲੀ ਗਈ,
ਇਹਦੇ ਪਿੱਛੇ ਮਿਲੀਟੈਂਸੀ ਦਾ ਬਹੁਤ ਵੱਡਾ ਰੋਲ ਹੈ ਸਰ। ਇਸ ਚੀਜ਼ ਨੂੰ ਤੁਸੀਂ ਵੈਸੇ ਤਾਂ ਹੁਣ ਤੱਕ ਦੀ ਗੱਲਬਾਤ 'ਚ ਤੁਸੀਂ ਬਹੁਤ ਕੁਝ ਪਰਿਭਾਸ਼ਿਤ ਕਰ ਦਿੱਤਾ ਸਾਰੀ ਸਿਚੁਏਸ਼ਨ ਨੂੰ, ਪਰ ਥੋੜਾ ਮਿਲੀਟੈਂਸੀ ਦਾ ਕੀ ਇਹਦੇ ਵਿੱਚ ਰੋਲ ਰਿਹਾ ਕਿ ਆਪਾਂ ਆਰਥਿਕ ਤੌਰ ਤੇ ਪੰਜਾਬ ਜਿਹੜਾ ਸੀ ਉਹ ਫਲਕਚੁਏਟ ਰਿਹਾ ਹਮੇਸ਼ਾ ਹੀ? ਮਨਵੀਰ, ਪੰਜਾਬ ਦੀ ਜਿਹੜੀ ਆਰਥਿਕ ਤਰੱਕੀ ਹੈ ਉਹਦੇ 'ਚ ਇੱਕ ਇੰਬੈਲੈਂਸ ਜਿਹਨੂੰ ਕਹਿੰਦੇ ਆ, ਅਸੰਤੁਲਨ ਆ ਗਿਆ। ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਐਗਰੀਕਲਚਰ ਡਿਵੈਲਪ ਕਰ ਜਾਂਦੀ ਹੈ, ਤਰੱਕੀ ਕਰ ਜਾਂਦੀ ਹੈ, ਤਾਂ ਉਹਦੇ ਬਾਅਦ ਉਸ ਇਲਾਕੇ ਦੇ ਵਿੱਚ ਇੰਡਸਟਰੀਲਾਈਜੇਸ਼ਨ ਹੋਏਗਾ। ਲੇਕਿਨ ਬੜੀ ਮੰਦਭਾਗੀ ਗੱਲ ਇਹ ਹੈ ਕਿ ਜਦੋਂ ਇਹ ਪ੍ਰੋਸੈਸ ਸ਼ੁਰੂ ਹੋਣਾ ਸੀਗਾ ਤੇ ਪੰਜਾਬ ਦੇ ਵਿੱਚ ਅੱਤਵਾਦ ਆ ਗਿਆ, ਤੇ ਉਹਦੇ ਕਰਕੇ ਬਹੁਤ ਸਾਰੇ ਥਾਵਾਂ ਤੇ ਜਿਹੜੀ ਇੰਡਸਟਰੀ ਸੀਗੀ ਉਹ ਇੱਥੋਂ ਜਾਣੀ, ਉਹਦਾ ਪਲਾਇਨ ਹੋਣਾ ਸ਼ੁਰੂ ਹੋ ਗਿਆ। ਤੁਹਾਨੂੰ ਯਾਦ ਹੋਣਾ ਕਿ ਬਟਾਲਾ ਜਿਹੜਾ ਹੈ ਉਹ ਫਾਊਂਡਰੀ ਦਾ ਹਿੰਦੁਸਤਾਨ ਦਾ ਨੰਬਰ 1 ਕੇਂਦਰ ਸੀਗਾ। ਈਵਨ ਨਿਊਯਾਰਕ ਤੇ ਟੋਰਾਂਟੋ ਦੇ ਵਿੱਚ ਵੀ ਜਿਹੜੇ ਮੈਨ ਹੋਲਾਂ ਦੇ ਢੱਕਣ ਨੇ ਉਹ ਬਟਾਲੇ ਦੇ ਬਣੇ ਹੁੰਦੇ ਸੀਗੇ। ਉਹ ਇੰਡਸਟਰੀ ਜਿਹੜੀ ਆ ਉਹ ਇੱਥੋਂ ਚਲੀ ਗਈ ਮਿਲੀਟੈਂਸੀ ਦੇ ਦੌਰ 'ਚ, ਕਿਉਂਕਿ ਜਿਹੜੀ ਮਿਲੀਟੈਂਸੀ ਆ, ਸਿੱਖ ਮਿਲੀਟੈਂਸੀ ਆ, ਉਹਨੇ ਹਿੰਦੂ ਜਿਹੜੇ ਲੋਕ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਤੇ ਇੰਡਸਟਰੀ ਬਾਰੇ ਅਸੀਂ ਕਹਿੰਦੇ ਹਾਂ ਕਿ ਇੰਡਸਟਰੀਲਿਸਟ ਜਿਹੜਾ ਕਬੂਤਰ ਦੀ ਤਰ੍ਹਾਂ ਹੁੰਦਾ ਕਿ ਫੋਕਾ ਫਾਇਰ ਵੀ ਕਰਦੇ ਤਾਂ ਉੱਡ ਜਾਂਦੇ ਨੇ, ਕਿਉਂਕਿ ਉਹਨਾਂ ਦੇ ਕੋਲ ਇੱਕ ਸੰਭਾਵਨਾ ਹੁੰਦੀ ਆ ਕਿ ਇੱਕ ਥਾਂ ਤੋਂ ਆਪਣੀ ਇੰਡਸਟਰੀ ਚੱਕ ਕੇ ਦੂਜੇ ਥਾਂ ਲਾ ਲੈਂਦੇ ਨੇ। ਸੋ ਜਿਹੜੇ ਬਟਾਲੇ ਦੇ ਇੰਡਸਟਰੀਲਿਸਟ ਨੇ ਉਹ ਕੁਝ ਮੇਰਠ ਚਲ ਗਏ, ਕੁਝ ਉਹ ਹਰਿਆਣੇ ਦੇ ਵਿੱਚ ਚਲੇ ਗਏ, ਕੁਝ ਯੂਪੀ ਦੇ ਹੋਰ ਨਗਰਾਂ 'ਚ ਚਲੇ ਗਏ। ਇਸ ਤੋਂ ਬਾਅਦ ਅੰਮ੍ਰਿਤਸਰ ਦੀ ਜਿਹੜੀ ਟੈਕਸਟਾਈਲ ਇੰਡਸਟਰੀ ਆ ਉਹ ਵੀ ਖਤਮ ਹੋ ਗਈ। ਅੰਮ੍ਰਿਤਸਰ ਬਹੁਤ ਵੱਡਾ ਟੈਕਸਟਾਈਲ ਦਾ ਕੇਂਦਰ ਸੀਗਾ ਤੇ ਜਿਹੜਾ ਰੰਗਾਈ ਦਾ ਕੰਮ ਸੀਗਾ ਉਹ ਅਹਿਮਦਾਬਾਦ ਦੀਆਂ ਬਿੱਲਾਂ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਕਰਾਉਂਦੀਆਂ ਸੀ, ਉਹ ਵੀ ਇਸ ਪੀਰੀਅਡ ਦੇ ਵਿੱਚ ਖਤਮ ਹੋ ਗਿਆ। ਔਰ ਇਸ ਸਮੇਂ ਦੌਰਾਨ ਜਦੋਂ ਵਾਜਪਾਈ ਦੀ ਸਰਕਾਰ ਆਈ ਆ ਸੈਂਟਰ ਦੇ ਵਿੱਚ, ਉਹਨਾਂ ਨੇ ਜਿਹੜੇ ਰਾਜ ਪਹਾੜੀ ਰਾਜ ਨੇ ਸਾਡੇ ਨਾਲ ਲੱਗਦੇ ਗੁਆਂਢੀ ਰਾਜ ਨੇ, ਇਹਨਾਂ 'ਚ ਜੰਮੂ ਕਸ਼ਮੀਰ ਹੈ, ਹਿਮਾਚਲ ਪ੍ਰਦੇਸ਼ ਹੈ ਤੇ ਉੱਤਰਾਖੰਡ ਹੈ, ਇਹਨਾਂ ਨੂੰ ਖਾਸ ਰਿਆਤਾਂ ਦੇ ਦਿੱਤੀਆਂ। ਤਾਂ ਉਹਨਾਂ ਰਿਆਤਾਂ ਕਰਕੇ ਜਿਹੜੀ ਪੰਜਾਬ ਦੀ ਰਹਿੰਦੀ ਖੁੰਦੀ ਇੰਡਸਟਰੀ ਸੀ ਇੱਥੋਂ ਸ਼ਿਫਟ ਕਰਨੀ ਸ਼ੁਰੂ ਕਰਤੀ। ਅਗਲੀ ਗੱਲ ਇੱਥੇ ਹੋਈ ਕਿ ਪਹਿਲੇ ਸਮੇਂ ਦੇ ਵਿੱਚ ਜੇ ਤੁਸੀਂ ਕਿਤੇ ਵੀ ਹਿੰਦੁਸਤਾਨ ਦੇ ਵਿੱਚ ਇੰਡਸਟਰੀ ਲਾਉਂਦੇ ਜੇ, ਖਾਸ ਕਰਕੇ ਲੋਹੇ ਦੀ ਇੰਡਸਟਰੀ ਲਾਉਂਦੇ ਜੇ ਜਾਂ ਜਿੱਥੇ ਕੋਲਾ ਚਾਹੀਦਾ, ਤਾਂ ਉਹ ਫਰਾਈਟ ਇਕੁਲਾਈਜੇਸ਼ਨ ਦੀ ਪਾਲਿਸੀ ਸੀ, ਜਿਹਦਾ ਮਤਲਬ ਹੈ ਕਿ ਕੋਲਾ ਤੇ ਲੋਹਾ ਉਹਨਾਂ ਥਾਵਾਂ ਤੇ ਇੱਕੋ ਰੇਟ ਤੇ ਢਵਾਈ ਤੇ ਦਿੱਤਾ ਜਾਂਦਾ ਸੀਗਾ। ਉਹ ਫਰਾਈਟ ਇਕੁਲਾਈਜੇਸ਼ਨ ਦੀ ਪਾਲਿਸੀ ਖਤਮ ਕਰਤੀ। ਉਹਦੇ ਕਰਕੇ ਜਿਹੜਾ ਸਟੀਲ ਇੰਡਸਟਰੀ ਹੈ ਉਹ ਜਿੱਥੇ ਕੋਲਾ ਹੈ, ਜਿੱਥੇ ਲੋਹਾ ਹੈ, ਉੱਥੇ ਲੱਗਣੀ ਤੇ ਐਡਵਾਂਟੇਜ ਇਸ ਹੋ ਗਈ। ਤੇ ਪੰਜਾਬ ਦਾ ਜਿਹੜਾ ਸਟੀਲ ਟਾਊਨ ਹੈ, ਮੰਡੀ ਗੋਬਿੰਦਗੜ੍ਹ ਹੈ, ਉਹ ਇਹਦੇ ਨਾਲ ਉੱਡ ਗਿਆ। ਸੋ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ, ਇੱਕ ਪਾਸੇ ਅੱਤਵਾਦ ਦਾ ਆਉਣਾ, ਦੂਜੇ ਪਾਸੇ ਜਿਹੜਾ ਪਾਲਿਸੀ ਦੇ ਵਿੱਚ ਤਬਦੀਲੀਆਂ ਹੋਣੀਆਂ, ਗੁਆਂਢੀ ਰਾਜਾਂ ਨੂੰ ਖਾਸ ਰਿਆਤਾਂ ਦੇ ਦੇਣੀਆਂ, ਇਨਕਮ ਟੈਕਸ ਤੋਂ ਛੋਟਾਂ ਦੇਣੀਆਂ, ਔਰ ਤੀਸਰਾ ਇਹ ਹੈ ਕਿ ਫਰਾਈਟ ਇਕੁਲਾਈਜੇਸ਼ਨ ਦੀ ਪਾਲਿਸੀ ਜਿਹੜੀ ਆ ਖਤਮ ਕਰਤੀ। ਗਵਰਨਮੈਂਟ ਨੇ ਜਿਹੜਾ ਸੀਗਾ ਬੈਲੈਂਸ ਰੀਜਨਲ ਡਿਵੈਲਪਮੈਂਟ ਦੀ ਪਾਲਿਸੀ ਖਤਮ ਕਰਕੇ ਉਹਨੂੰ ਕਿਹਾ ਕਿ ਐਫੀਸ਼ੀਐਂਸੀ ਨਾਲ ਅਸੀਂ ਕੰਮ ਚਲਾਵਾਂਗੇ, ਤਾਂ ਉਹਦੇ ਨਾਲ ਪੰਜਾਬ ਦਾ ਜਿਹੜਾ ਇੰਡਸਟਰੀਲਾਈਜੇਸ਼ਨ ਹੈ ਉਹ ਪਿੱਛੇ ਬਹੁਤ ਚਲਾ ਗਿਆ। ਨਾਲ ਹੀ ਪਾਕਿਸਤਾਨ ਦੇ ਨਾਲ ਜਿਹੜੇ ਵਿਗੜਦੇ ਸੰਬੰਧ ਨੇ ਉਹਦੇ ਕਰਕੇ ਪੰਜਾਬ ਦੇ ਵਿੱਚ ਕੋਈ ਮੋਟਾ ਇੰਡਸਟਰੀ ਵਾਲਾ ਜਿਹੜਾ ਉਹ ਇੰਡਸਟਰੀ ਲਾਉਣਾ ਨਹੀਂ ਚਾਹੁੰਦਾ, ਕਿਉਂਕਿ ਇੱਥੇ ਅਨਸਰਟਨਟੀ ਰਹਿੰਦੀਆਂ ਨੇ, ਜਿਹੜੀਆਂ ਲਗਾਤਾਰ ਲੜਾਈਆਂ ਹੋਈਆਂ ਨੇ ਪੰਜਾਬ ਦੀ ਧਰਤੀ ਤੇ ਲੜੀਆਂ ਗਈਆਂ ਨੇ। ਤੋ ਇਸ ਕਰਕੇ ਇਹ ਇੱਕ ਫੈਕਟਰ ਨੇ ਜਿਨ੍ਹਾਂ ਕਰਕੇ ਇੰਡਸਟਰੀਲਾਈਜੇਸ਼ਨ ਨਹੀਂ ਹੋਇਆ ਤੇ ਮਿਸਮੈਚ ਹੋ ਗਿਆ। ਪਰ ਜਦੋਂ 92 ਤੋਂ ਬਾਅਦ ਸਰਕਾਰਾਂ ਬਣ ਗਈਆਂ, ਤਾਂ ਖਾਸ ਕਰਕੇ 97 ਤੋਂ ਬਾਅਦ ਜਦੋਂ ਜਿਹੜਾ ਅੱਤਵਾਦ ਹੈ ਉਹ ਖਤਮ ਹੋ ਗਿਆ, ਤੋਂ ਤੋਂ ਬਾਅਦ ਜਿਹੜੀ ਸਾਡੀ ਸਿਆਸੀ ਜਮਾਤ ਹੈ ਉਹਨੇ ਲੁੱਟਮਾਰ ਕਰਨੀ ਸ਼ੁਰੂ ਕੀਤੀ ਤੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਤਾਂ ਉਹਨਾਂ ਨੇ ਵਿਗਾੜ ਪੈਦਾ ਕੀਤੇ। ਵਿਗਾੜ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਲੋਕਾਂ ਦੀਆਂ ਵੋਟਾਂ ਲੈ ਲਓ ਤੁਸੀਂ, ਉਹਨਾਂ ਨੂੰ ਕਿਸੇ ਨੂੰ ਬਿਜਲੀ ਮੁਫਤ ਦੇ ਦਿਓ, ਕਿਸੇ ਨੂੰ ਚੁੰਗੀਆਂ ਮਾਫ ਕਰ ਦਿਓ, ਕਿਸੇ ਨੂੰ ਸ਼ਹਿਰ 'ਚ ਟੈਕਸ ਨਾ ਲਾਓ ਤੇ ਕਰਜ਼ਾ ਚੱਕ ਕੇ ਗਵਰਨਮੈਂਟ ਚਲਾਈ ਜਾਓ। ਇਹਨੂੰ ਕਹਿੰਦੇ ਆ ਫਿਸਕਲ ਇਰਰਿਸਪੌਂਸਿਬਿਲਟੀ, ਜਿਹੜੀ ਵਿੱਤੀ ਗੈਰ ਜ਼ਿੰਮੇਵਾਰ ਤਰੀਕੇ ਦੇ ਨਾਲ ਕਰਜ਼ਾ ਚੱਕ ਕੇ ਸਰਕਾਰਾਂ ਚਲਾਈਆਂ, ਟੈਕਸ ਇਕੱਠੇ ਕਰਨੇ ਬੰਦ ਕਰ ਦਿੱਤੇ ਔਰ ਲੋਕਾਂ ਨੂੰ ਭਰਮਾਇਆ ਤੇ ਨਾਲ ਲੁੱਟਮਾਰ ਸ਼ੁਰੂ ਕਰਤੀ। ਕਰਪਸ਼ਨ ਦੇ ਜਿਹੜੇ ਅੱਜ ਕੱਲ੍ਹ ਬਹੁਤ ਸਾਰੇ ਚਾਰजेस ਪੁਰਾਣੇ ਪੋਲੀਟੀਸ਼ੀਅਨ ਦੇ ਸਾਹਮਣੇ ਕੇਸ ਨਜ਼ਰ ਆ ਰਹੇ ਨੇ, ਇਹ ਉਸੇ ਦੀ ਪੈਦਾਇਸ਼ ਨੇ। ਤੋ ਇਸ ਕਰਕੇ ਜਿਹੜੀ ਸਾਡੀ ਸਿਆਸਤ ਹੈ ਉਹਨੇ ਇਹਨੂੰ ਹੋਰ ਗਹਿਰਾ ਸੰਕਟ ਨੂੰ ਕਰ ਦਿੱਤਾ। ਤੋ ਮੈਂ ਸਮਝਦਾ ਕਿ ਇਹ ਜਿਹੜਾ ਸੰਕਟ ਹੈ, ਜਿਹੜਾ ਪਿਛਲੇ 4 ਦਹਾਕਿਆਂ ਦੇ ਦੌਰ ਦੇ ਵਿੱਚ ਪੈਦਾ ਹੋਇਆ, ਇਹ ਹੌਲੀ ਹੌਲੀ ਠੀਕ ਹੋਣਾ ਹੈ ਤੇ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਜਿਹੜਾ ਮਨੋਬਲ ਹੈ, ਆਤਮ ਵਿਸ਼ਵਾਸ ਆ, ਉਹ ਤੋੜਤਾ।
ਖਾਸ ਕਰਕੇ ਨੌਜਵਾਨਾਂ ਦਾ ਜਿਹੜਾ ਆਤਮ ਬਲ ਹੈ ਉਹ ਕਾਫੀ ਤੋੜਿਆ ਗਿਆ। ਮੈਂ ਇੱਕ ਗੱਲ ਤੁਹਾਡੇ ਧਿਆਨ 'ਚ ਹੋਰ ਲਿਆਉਣਾ ਚਾਹੁੰਦਾ ਕਿ ਇਸ ਪੀਰੀਅਡ ਦੇ ਵਿੱਚ ਇੱਕ ਨਵੀਂ ਇੰਡਸਟਰੀ ਜਿਹੜੀ ਆ ਦੁਨੀਆ 'ਚ ਉੱਭਰੀ, ਉਹ ਹੈ ਸਾਫਟਵੇਅਰ ਇੰਡਸਟਰੀ, ਜਿਹਦੇ ਵਾਸਤੇ ਨਾ ਤੁਹਾਨੂੰ ਲੋਹਾ ਚਾਹੀਦਾ ਨਾ ਕੋਲਾ ਚਾਹੀਦਾ। ਜੇ ਤੁਹਾਡੇ ਕੋਲ 에ਅਰਪੋਰਟ ਹੈਗੀ ਆ, ਤੁਹਾਡੇ ਕੋਲ ਸਾਫ਼ ਪੀਣ ਦਾ ਪਾਣੀ ਦਾ ਇੰਤਜ਼ਾਮ ਹੈ, ਔਰ ਤੁਹਾਡੇ ਕੋਲ ਸਾਫ਼ ਸੁਥਰਾ ਸ਼ਹਿਰ ਹੈ, ਉਹ ਹੱਬ ਬਣ ਸਕਦਾ ਹੈ। ਤੇ ਮੋਹਾਲੀ 'ਚ ਹੱਬ ਬਣਨਾ ਸ਼ੁਰੂ ਹੋ ਗਿਆ। ਤਾਂ ਸਾਡੇ ਇੰਡਸਟਰੀਲਿਸਟਾਂ ਨੇ ਜਦੋਂ ਉਹਨਾਂ ਤੋਂ ਪੈਸੇ ਮੰਗਣੇ ਸ਼ੁਰੂ ਕਰਤੇ, ਉਹ ਇੱਥੋਂ ਆਪਣੇ ਕੰਮਕਾਜ ਪੱਟ ਕੇ ਚਲੇ ਗਏ। ਸੋ ਇਹ ਜਿਹੜੀ ਕਰਪਸ਼ਨ ਫੈਲਾਈ ਗਈ ਸਾਡੇ ਸਿਆਸੀ ਜਮਾਤ ਵੱਲੋਂ, ਉਹਨਾਂ ਨੇ ਇਹਨੂੰ ਕਾਫੀ ਖਰਾਬ ਕੀਤਾ, ਔਰ ਮੋਹਾਲੀ ਅੰਮ੍ਰਿਤਸਰ ਜਿਹੜੇ ਹੱਬ ਬਣ ਸਕਦੇ ਸੀ ਸਾਫਟਵੇਅਰ ਦੇ, ਉਹ ਨਹੀਂ ਬਣੇ। ਤੇ ਜਿਹੜੀ ਇੰਡਸਟਰੀ ਬੰਗਲੌਰ, ਮੁੰਬਈ, ਹੈਦਰਾਬਾਦ 'ਚ ਗਈ ਆ ਜਾਂ ਨੋਇਡਾ 'ਚ ਚਲੀ ਗਈ, ਉਹ ਇੱਥੇ ਵੀ ਲੱਗ ਸਕਦੀ ਸੀਗੀ। ਤਾਂ ਇਹ ਖਰਾਬ ਜਿਹੜਾ ਕੰਮ ਕੀਤਾ ਗਿਆ, ਤਾਂ ਉਹ ਠੀਕ ਤਾਂ ਸਾਨੂੰ ਆਪ ਹੀ ਅਸੀਂ ਕਰਨਾ ਹੈਗਾ। ਤੇ ਇਹਦਾ ਜਿਹੜਾ ਮਿਲੀਟੈਂਟ ਅਲਟਰਨੇਟਿਵ ਹੈ, ਜਿਹਦੀ ਤੁਸੀਂ ਗੱਲ ਕੀਤੀ ਕਿ ਇਹਨੂੰ ਅਲਟਰਾ ਨੈਸ਼ਨਲਿਜ਼ਮ ਜਿਹੜੀ ਦੀ ਗੱਲ ਹੈ, ਜਦੋਂ ਅਸੀਂ ਚਲਾਵਾਂਗੇ ਤਾਂ ਅਸੀਂ ਫਿਰ ਅੰਧੇਰੀ ਗੁਫਾ ਵੱਲ ਨੂੰ ਤੁਰ ਪਾਂਗੇ। ਕਿਉਂਕਿ ਜਿਹੜਾ ਪੰਜਾਬ ਦਾ ਸਿਚੁਏਸ਼ਨ ਹੈ, ਪੰਜਾਬ ਦੇ ਵਿੱਚ ਨਾ ਤਾਂ ਮਿਨਰਲ ਪਦਾਰਥ ਨੇ, ਪੰਜਾਬ ਦੇ ਵਿੱਚ ਪਾਣੀ ਹੈਗਾ ਤੇ ਜ਼ਮੀਨ ਹੈਗੀ ਆ, ਜਿਹੜੇ ਸੋਮੇ ਸਾਡੇ ਇਸ ਵੇਲੇ ਮੁੱਕ ਰਹੇ ਨੇ। ਤੇ ਇਸ ਕਰਕੇ ਪੰਜਾਬ ਨੂੰ ਇੱਕ ਨਵੇਂ ਤਰ੍ਹਾਂ ਸੋਚਣ ਦੀ ਲੋੜ ਹੈ। ਜੇ ਆਪਾਂ ਸੋਚਦੇ ਨਹੀਂ ਨਵੇਂ ਤਰ੍ਹਾਂ ਦੇ ਨਾਲ, ਤੇ ਸੰਕਟ ਹੋਰ ਗਹਿਰੇ ਹੁੰਦੇ ਜਾਣਗੇ। ਤੁਸੀਂ ਇਹਦੇ ਵਿੱਚ ਇੱਕ ਬੜੀ ਆਪਟੀਮਿਸਟਿਕ ਗੱਲ ਕਹੀ। ਤੁਸੀਂ ਕਿਹਾ ਵੀ ਇਹ ਸੰਕਟ ਜਿਹੜਾ ਹੌਲੀ ਹੌਲੀ ਦੂਰ ਹੋ ਜਾਏਗਾ, ਪਰ ਅਗਰ ਸਿਚੁਏਸ਼ਨ ਇਹ ਬਣਦੀ ਹੈ ਪੰਜਾਬ ਦੇ ਵਿੱਚ ਕਿ ਉਧਰਲੇ ਪਾਸੇ ਇੱਕ ਇਨਵੈਸਟਮੈਂਟ ਸਮਿਟ ਚੱਲਦੀ ਹੋਵੇ, ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਪੂਰਾ ਤਾਮਝਾਮ ਲਾਇਆ ਹੋਵੇ ਟੂ ਇੰਪ੍ਰੈਸ ਦ ਇਨਵੈਸਟਰਸ, ਔਰ ਐਟ ਦ ਸੇਮ ਟਾਈਮ ਇੱਕ ਏਦਾਂ ਦੀ ਵਾਇਲੈਂਟ ਮੌਬ ਦੀ ਘਟਨਾ ਹੁੰਦੀ ਹੈ ਜਿਹਦੇ ਵਿੱਚ ਧਾਰਮਿਕ ਗ੍ਰੰਥ ਨੂੰ ਵੀ ਅੱਗੇ ਰੱਖਿਆ ਜਾਂਦਾ ਹੈ, ਐਂਡ ਉਸੇ ਹੀ ਸਮੇਂ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ, ਗਵਰਨਰ ਦਾ ਲੈਟਰ ਬੰਬ ਆਉਂਦਾ ਜੀ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਿਰ ਇੱਕ ਇੰਡਸਟਰੀ ਜਿਹੜੀ ਆ ਉਹ ਕੀ ਕਰੇਗੀ? ਤੁਹਾਨੂੰ ਕੀ ਲੱਗਦਾ ਕੀ ਐਟੀਟਿਊਡ ਹੋਏਗਾ ਉਹਨਾਂ ਦਾ? ਦੇਖੋ, ਇਹ ਸਾਰੇ ਜਿਹੜੇ ਬਦਸ਼ਗਨੀਆਂ ਵਾਲੀਆਂ ਗੱਲਾਂ ਨੇ। ਮੈਂ ਸਮਝਦਾ ਕਿ ਜਿੱਥੋਂ ਤੱਕ ਗਵਰਨਰ ਸਾਹਿਬ ਦਾ ਸੰਬੰਧ ਹੈ, ਇਹਨਾਂ ਨੂੰ ਸਿਆਣਪ ਵਰਤਣੀ ਚਾਹੀਦੀ ਹੈ। ਪੰਜਾਬ ਦੀ ਜਿਹੜੀ ਸੰਵੇਦਨਸ਼ੀਲਤਾ ਹੈ, ਉਹਨੂੰ ਧਿਆਨ 'ਚ ਰੱਖਦੇ ਹੋਇਆ ਪੰਜਾਬ ਸਰਕਾਰ ਦੇ ਹੱਥ ਨਹੀਂ ਬੰਨਣੇ ਚਾਹੀਦੇ। ਇਸੇ ਤਰ੍ਹਾਂ ਮੈਂ ਸਮਝਦਾ ਕਿ ਜਿਹੜੀ ਕੇਂਦਰ ਸਰਕਾਰ ਹੈ, ਉਹਨਾਂ ਨੂੰ ਪੰਜਾਬ ਦੇ ਨਾਲ ਸੁਹਿਰਦਤਾ ਨਾਲ ਵਰਤਾਓ ਕਰਨਾ ਚਾਹੀਦਾ ਹੈ, ਔਰ ਪੰਜਾਬ ਸਰਕਾਰ ਦੀ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹਦੀ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਸੰਕਟ ਜਿਹੜਾ ਹੈ ਇੱਕ ਐਸੇ ਸੂਬੇ ਦੇ ਵਿੱਚ ਪੈਦਾ ਨਾ ਹੋ ਜਾਏ ਜਿਹੜਾ ਇੱਕ ਬੜੀ ਮਾੜੀ ਦਸ਼ਾ ਦੇ ਵਿੱਚੋਂ 2 ਦਹਾਕਿਆਂ ਦੇ ਸਮੇਂ 'ਚੋਂ ਗੁਜ਼ਰਿਆ ਹੈਗਾ। ਔਰ ਇਹ ਇਲਾਕਾ ਜਿਹੜਾ ਹੈ, ਇਹਦੇ 'ਚ ਪੋਟੈਂਸ਼ੀਅਲ ਬਹੁਤ ਜ਼ਿਆਦਾ ਨੇ, ਕਿਉਂਕਿ ਨਵਾਂ ਜਿਹੜਾ ਦੌਰ ਆ ਰਿਹਾ ਹੈਗਾ, ਉਹਦੇ 'ਚ ਹੈ ਕਿ ਸਾਫ਼ ਸੁਥਰੀ ਇੰਡਸਟਰੀ, ਸਾਫ਼ ਸੁਥਰੀ ਐਗਰੀਕਲਚਰ, ਔਰ ਜਿਹੜਾ ਮਨੁੱਖੀ ਸ਼ਕਤੀ ਹੈ ਉਹਨੂੰ ਟ੍ਰੇਨ ਕਰਕੇ, ਉਹਨੂੰ ਚੇਤਨ ਕਰਕੇ ਜਿਹੜੀ ਵਿਕਾਸ ਲਿਆਉਣਾ ਅੱਗੇ ਆ। ਔਰ ਪੰਜਾਬ ਦੇ ਲੋਕ ਚੇਤਨ ਨੇ। ਜਿਵੇਂ ਜੀਰਾ ਫੈਕਟਰੀ ਦਾ ਜਿਹੜਾ ਬੰਦ ਕਰਾਉਣ ਵਾਲਾ ਚੱਲਿਆ ਹੈਗਾ ਕਿ ਪੋਲੂਸ਼ਨ ਨਹੀਂ ਹੋਣੀ ਚਾਹੀਦੀ। ਜਦੋਂ ਤੁਸੀਂ ਐਗਰੋ ਪ੍ਰੋਸੈਸਿੰਗ ਕਰੋਗੇ ਤਾਂ ਤੁਹਾਨੂੰ ਨਾਲ ਐਸੇ ਯੰਤਰ ਲਾਉਣੇ ਚਾਹੀਦੇ ਨੇ ਕਿ ਜਿਹੜਾ ਉੱਥੋਂ ਗੰਦਾ ਪਾਣੀ ਨਿਕਲਦਾ ਹੈ ਜਾਂ ਗੰਦਮੰਦ ਨਿਕਲਦਾ ਹੈ, ਉਹਨੂੰ ਸਾਫ਼ ਕਰਕੇ ਬਾਹਰ ਭੇਜਿਆ ਜਾਵੇ, ਔਰ ਨਾ ਪਾਣੀ ਖਰਾਬ ਕੀਤਾ ਜਾਵੇ, ਨਾ ਹਵਾ ਖਰਾਬ ਕੀਤੀ ਜਾਵੇ। ਸੋ ਇੱਕ ਐਸਾ ਜਿਹੜਾ ਸਿਸਟਮ ਬਿਲਡ ਕਰਨ ਦੀ ਜ਼ਰੂਰਤ ਹੈ ਜਿਹੜਾ ਕੀਤਾ ਜਾ ਸਕਦਾ ਹੈ। ਪਾਣੀ ਵੀ ਬਚਾਇਆ ਜਾ ਸਕਦਾ, ਫਸਲਾਂ ਦਾ ਹੇਰ ਫੇਰ ਵੀ ਠੀਕ ਕੀਤਾ ਜਾ ਸਕਦਾ ਹੈ। ਔਰ ਇੰਡਸਟਰੀ ਜਿਹੜੀ ਹੈ, ਖਾਸ ਕਰਕੇ ਜਿਹੜੀ ਪੰਜਾਬ ਦੀ ਪ੍ਰੋਡਿਊਸ ਹੈ, ਉਹ ਕੱਚਾ ਵੇਚਣ ਦੀ ਬਜਾਏ ਉਹਨੂੰ ਪ੍ਰੋਸੈਸ ਕਰਕੇ ਜੇ ਵੇਚਿਆ ਜਾਵੇ ਤਾਂ ਕਾਫੀ ਜ਼ਿਆਦਾ ਆਮਦਨ ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ। ਇਸੇ ਗੱਲ ਦੇ ਵਿੱਚੋਂ ਤੁਹਾਡੇ ਕੋਲ ਟੈਕਨੀਕਲ ਸਵਾਲ ਜਿਹੜਾ ਇਹੀ ਕਿ ਆਪਣੀ ਅਰਥ ਵਿਵਸਥਾ ਦੇ ਵਿੱਚ, ਸਾਡੇ ਅਰਥਚਾਰੇ ਦੇ ਵਿੱਚ ਫਾਲਟ ਲਾਈਨਸ ਕਿੱਥੇ ਆ? ਅਗਰ ਤੁਸੀਂ ਸਾਨੂੰ ਉਹ ਥੋੜੀ ਜਿਹੀਆਂ ਦੱਸ ਸਕੋ ਤਾਂ ਕਲੀਅਰ ਹੋ ਜਾਏ ਕਿ ਸਾਡੇ ਫਾਈਨੈਂਸ ਮਿਨਿਸਟਰ ਤੋਂ ਅਸੀਂ ਕੀ ਉਮੀਦ ਰੱਖੀਏ। ਦੇਖੋ, ਸਾਡੀਆਂ 2-3 ਫਾਲਟ ਲਾਈਨਸ ਨੇ, ਜਿਹੜਾ ਕਿ ਮੈਂ ਪਿਛਲੇ 1.5-2 ਦਹਾਕਿਆਂ ਤੋਂ ਗਵਰਨਮੈਂਟ ਦੀ ਪਾਲਿਸੀ ਮੇਕਿੰਗ ਨਾਲ ਨੇੜੇ ਤੋਂ ਐਸੋਸੀਏਟ ਰਿਹਾ। ਇੱਕ ਤਾਂ ਫਾਲਟ ਲਾਈਨ ਇਹ ਹੈ ਕਿ ਸਾਡੇ ਜਿਹੜੇ ਸਿਆਸੀ ਲੀਡਰ ਨੇ, ਖਾਸ ਕਰਕੇ ਮੰਤਰੀ ਨੇ ਜਾਂ ਇਹਦੇ ਨਾਲ ਜਿਹੜੇ ਪ੍ਰਸ਼ਾਸਕ ਨੇ, IAS IPS ਅਫਸਰ ਨੇ, ਇਹਨਾਂ ਨੂੰ ਕਰਪਸ਼ਨ ਦਾ ਪੱਲਾ ਬਿਲਕੁਲ ਛੱਡ ਦੇਣਾ ਚਾਹੀਦਾ ਹੈਗਾ। ਕਿ ਅਗਰ ਜੇ ਤੁਸੀਂ ਕੋਈ ਨਵਾਂ ਇੱਥੇ ਕੋਈ ਕਾਰੋਬਾਰ ਕਰਨਾ ਸ਼ੁਰੂ ਕਰਦਾ ਹੈ ਤਾਂ ਉਤੋਂ ਪੈਸੇ ਮੰਗਣੇ ਜਾਂ ਉਹਦੀ ਹਿੱਸਾ ਪੱਤੀ ਮੰਗਣੀ ਬੰਦ ਕਰਨੀ ਚਾਹੀਦੀ ਆ। ਤਾਂ ਇਹ ਫਾਲਟ ਲਾਈਨ ਜਿਹੜੀ ਆ, ਇਹਨੇ ਪੰਜਾਬ ਦਾ ਪਿਛਲੇ ਸਮੇਂ 'ਚ ਬਹੁਤ
ਨੁਕਸਾਨ ਕੀਤਾ ਹੈਗਾ। ਦੂਸਰਾ ਗੱਲ ਇਹ ਆ ਕਿ ਜਿਹੜਾ ਸਾਡਾ ਇੱਥੇ ਦਾ ਸਨਅਤਕਾਰ ਹੈ, ਉਹਨੂੰ ਇਹ ਦੱਸਣਾ ਚਾਹੀਦਾ ਕਿ ਇੱਥੇ ਪੋਟੈਂਸ਼ੀਅਲਸ ਬਹੁਤ ਨੇ, ਔਰ ਪੋਟੈਂਸ਼ੀਅਲ ਜਿਹੜੇ ਨੇ ਉਹ ਐਗਰੋ ਇੰਡਸਟਰੀ ਦੇ ਬਹੁਤ ਜ਼ਿਆਦਾ ਪੋਟੈਂਸ਼ੀਅਲਸ ਨੇ, ਪਰ ਇਹਨੂੰ ਠੀਕ ਤਰ੍ਹਾਂ ਇਸਤੇਮਾਲ ਕਰਨ ਵਾਸਤੇ ਉਹਨਾਂ ਨਾਲ ਬੈਠ ਕੇ ਵਿਚਾਰ ਕਰਨੀ ਚਾਹੀਦੀ ਆ ਕਿ ਇਹਨਾਂ ਸਾਧਨਾਂ ਨੂੰ ਦੀ ਐਕਸਪਲਾਇਟੇਸ਼ਨ ਕਰਨ ਦੀ ਬਜਾਏ ਇਹਨਾਂ ਸਾਧਨਾਂ ਨੂੰ ਬਚਾਉਣ ਵਾਸਤੇ ਨਾਲ ਰੋਲ ਅਦਾ ਕਰਨਾ ਚਾਹੀਦਾ। ਕਿ ਜਿਵੇਂ ਕਿ ਮੈਂ ਸਮਝਦਾ ਕਿ ਜਿਹੜੀਆਂ ਸਾਡੀਆਂ ਸਨਅਤਾਂ ਨੇ ਉਹਨਾਂ ਨੂੰ ਗੰਦਾ ਪਾਣੀ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਹਵਾ ਨਹੀਂ ਗੰਦੀ ਕਰਨੀ ਚਾਹੀਦੀ, ਤੇ ਪੋਲੂਸ਼ਨ ਜਿਹੜੀ ਆ ਉਹਨੂੰ ਜਿਹੜਾ ਹੈ ਕੰਟਰੋਲ ਕਰਨ ਦੇ ਵਿੱਚ ਇੰਡਸਟਰੀ ਦਾ ਬਹੁਤ ਵੱਡਾ ਰੋਲ ਹੈ। ਤੀਜੀ ਫਾਲਟ ਲਾਈਨ ਹੈ ਕਿ ਸਾਡੇ ਜਿਹੜੇ ਰੈਗੂਲੇਟਰ ਨੇ, ਰੈਗੂਲੇਟਰ ਦੇ ਵਿੱਚ ਮੈਂ ਸਮਝਦਾ ਕਿ ਪੋਲੂਸ਼ਨ ਬੋਰਡ ਦਾ ਬਹੁਤ ਵੱਡਾ ਰੋਲ ਹੈ। ਇਸੇ ਤਰ੍ਹਾਂ ਪ੍ਰਵਾਨਗੀਆਂ ਦੇਣ ਵਿੱਚ ਰੈਗੂਲੇਟਰੀ ਅਥਾਰਟੀਜ਼ ਦਾ ਬਹੁਤ ਰੋਲ ਹੈ। ਅਰਬਨ ਏਰੀਆ ਦੇ ਵਿੱਚ ਰੇਰਾ ਨਾਂ ਦੀ ਜਥੇਬੰਦੀ ਹੈ, ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਹੈ। ਇਹ ਬਹੁਤ ਸਾਰੀਆਂ ਅਥਾਰਟੀਜ਼ ਨੇ ਜਿਨ੍ਹਾਂ ਨੇ ਇਹ ਰੋਲ ਪਲੇ ਕਰਨਾ, ਤੇ ਉਹਨਾਂ ਦੇ ਵਿੱਚ ਜਿਹੜੀ ਦੇਰੀ ਹੈ ਖਾਸ ਕਰਕੇ ਪਰਮਿਸ਼ਨ ਦੇਣ ਦੇ ਵਿੱਚ, ਉਹ ਦੂਰ ਕਰਨ ਦੀ ਲੋੜ ਹੈ। ਔਰ ਜਿੱਥੋਂ ਤੱਕ ਫਾਈਨਾਂਸਿਸ ਦੀ ਗੱਲ ਹੈ, ਜਿਹੜਾ ਮੈਂ ਤੁਸੀਂ ਫਾਈਨਾਂਸ ਮਿਨਿਸਟਰ ਬਾਰੇ ਕਿਹਾ ਕਿ ਪੰਜਾਬ ਦੇ ਵਿੱਚ ਫਾਈਨਾਂਸਿਸ ਕਾਫੀ ਜ਼ਿਆਦਾ ਨੇ, ਕਿ ਜਿਹੜੀ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਉਦੇਸ਼ ਨੇ ਕਿ ਕਿਸੇ ਇਲਾਕੇ ਦੇ ਵਿੱਚ, ਕਿਸੇ ਸਟੇਟ ਦੇ ਵਿੱਚ ਐਡਵਾਂਸ ਡਿਪੋਜ਼ਿਟ ਰੇਸ਼ੋ, ਕਿ ਕਿੰਨਾ ਤੁਸੀਂ ਜਿਹੜਾ ਪੈਸਾ ਇਕੱਠਾ ਕਰਦੇ ਜੇ ਉਹਦਾ ਕਿੰਨਾ ਪ੍ਰਤੀਸ਼ਤ ਜਿਹੜਾ ਹੈ ਉਸ ਸੂਬੇ ਦੇ ਵਿੱਚ ਉਹਦਾ ਨਿਵੇਸ਼ ਕਰਦੇ ਜੇ, ਉਹ ਰੇਸ਼ੋ 70% ਹੋਣੀ ਚਾਹੀਦੀ ਹੈ, ਤੇ ਪੰਜਾਬ ਦੇ ਵਿੱਚ 50% ਤੋਂ ਘੱਟ ਹੈ। ਤੇ ਹਰ ਸਾਲ ਜਿਹੜੇ ਬੈਂਕਰਸ ਨੇ ਉਹਨਾਂ ਦੀ ਮੀਟਿੰਗ ਜਿਹੜੀ ਹੈ ਪੰਜਾਬ ਦਾ ਮੁੱਖ ਫਾਈਨਾਂਸ ਮਿਨਿਸਟਰ ਚੇਅਰ ਕਰਦਾ ਹੈ, ਤਾਂ ਉਹਨੂੰ ਇਹਨਾਂ ਨੂੰ ਉਦੇਸ਼ ਦੇਣੇ ਚਾਹੀਦੇ ਨੇ ਕਿ ਜਿਹੜੇ ਕਰਜ਼ੇ ਨੇ ਇੱਥੋਂ ਦੀ ਜਿਹੜੀ ਇੰਡਸਟਰੀ ਹੈ, ਇੱਥੋਂ ਦੇ ਜਿਹੜੇ ਸਨਅਤਕਾਰ ਨੇ, ਇੱਥੋਂ ਦੇ ਬਿਜ਼ਨਸਮੈਨ ਨੇ, ਉਹਨਾਂ ਨੂੰ ਜ਼ਿਆਦਾ ਦਿੱਤੇ ਜਾਣ, ਔਰ ਇਹ ਇਨਸ਼ੋਰ ਕਰਾਇਆ ਜਾਵੇ ਕਿ ਇੱਥੋਂ ਦੇ ਜਿਹੜੇ ਸੇਵਿੰਗਸ ਨੇ ਲੋਕਾਂ ਦੀਆਂ, ਉਹਨਾਂ ਨੂੰ ਇੱਥੇ ਹੀ ਜਿਹੜਾ ਉਹ ਨਿਵੇਸ਼ ਕੀਤਾ ਜਾਵੇ। ਔਰ ਇਸ ਦੇ ਨਾਲ ਹੀ ਜਿੱਥੇ ਫਰਜ਼ ਕਰੋ ਕਿ ਜੇ ਪ੍ਰਾਈਵੇਟ ਇਨੀਸ਼ੀਏਟਿਵ ਘੱਟ ਆਉਂਦਾ ਹੈ, ਜਦੋਂ ਇਹੋ ਜਿਹੀਆਂ ਅਨਸਰਟਨਟੀ ਆਉਂਦੀ ਹੈ ਜਾਂ ਜਿੱਥੇ ਵਾਇਲੈਂਸ ਦੀ ਸਮੱਸਿਆ ਆ ਜਾਂਦੀ ਹੈ, ਤਾਂ ਉੱਥੋਂ ਫਿਰ ਸਰਕਾਰ ਜਿਹੜੀ ਆ ਉਹਨੂੰ ਆਪ ਨਿਵੇਸ਼ ਕਰਨਾ ਚਾਹੀਦਾ ਹੈ। ਸਰਕਾਰ ਨੂੰ ਕਰਜ਼ਾ ਚੁੱਕ ਕੇ ਲੋਕਾਂ ਦੀਆਂ ਤਨਖਾਹਾਂ ਦੇਣ ਦੀ ਬਜਾਏ ਸਰਕਾਰ ਨੂੰ ਟੈਕਸ ਇਕੱਠੇ ਕਰਕੇ ਲੋਕਾਂ ਦੀਆਂ ਤਨਖਾਹਾਂ ਦਾ ਇੰਤਜ਼ਾਮ ਕਰਨਾ ਚਾਹੀਦਾ, ਤੇ ਜਿਹੜਾ ਕਰਜ਼ਾ ਲੈ ਰਹੇ ਨੇ ਉਹਨਾਂ ਨੂੰ ਇਨਵੈਸਟ ਕਰਨਾ ਚਾਹੀਦਾ ਹੈਗਾ। ਸਰਕਾਰੀ ਅਦਾਰੇ ਕਈ ਜਗ੍ਹਾ ਲੱਗ ਸਕਦੇ ਨੇ, ਤੇ ਅਰਥ ਸ਼ਾਸਤਰ ਦਾ ਇੱਕ ਅਸੂਲ ਹੈ ਕਿ ਜਦੋਂ ਸਰਕਾਰ ਜਿਹੜੀ ਹੈ ਉਹ ਇਨਵੈਸਟ ਕਰਨ ਲੱਗ ਜਾਂਦੀ ਹੈ ਤਾਂ ਪ੍ਰਾਈਵੇਟ ਸੈਕਟਰ ਆਪਣੇ ਆਪ ਹੀ ਉੱਥੇ ਇਨਵੈਸਟ ਕਰਨ ਲੱਗ ਜਾਂਦਾ ਹੈਗਾ। ਤਾਂ ਇਹ ਜੇ ਵਰਤਾਰਾ ਠੀਕ ਕਰ ਲਿਆ ਜਾਵੇ ਤਾਂ ਮੈਂ ਸਮਝਦਾ ਕਿ ਪੰਜਾਬ ਨੂੰ ਠੀਕ ਠਾਕ ਬਣਾਇਆ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਮਤਲਬ ਸਰਕਾਰ ਗਰੰਟੀ ਦੇਵੇ ਨਿਵੇਸ਼ਕਾਂ ਨੂੰ ਕਿ ਅਸੀਂ ਖੁਦ ਤੁਹਾਡੇ ਨਾਲ ਆ, ਇਨ ਕੇਸ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਪੈਂਦਾ ਤਾਂ ਸਰਕਾਰ ਤੁਹਾਡੇ ਨਾਲ ਖੜੀ ਹੈ, ਇਹ ਗਰੰਟੀ ਦੀ ਕਮੀ ਹੈ ਜੀ। ਦੇਖੋ ਮਨਵੀਰ, ਮੈਂ ਤੁਹਾਨੂੰ ਇੱਕ ਮਿਸਾਲ ਦੇਣ ਲੱਗਿਆ ਜਿਹੜੀ ਕਿ ਬੜੀ ਇੰਪੋਰਟੈਂਟ ਹੈ, ਮਹੱਤਵਪੂਰਨ ਹੈ, ਕਿ ਪੰਜਾਬ ਦੇ ਵਿੱਚ ਪਰਾਲੀ ਤੇ ਜਿਹੜੀ ਕਣਕ ਦਾ ਨਾੜ ਸਾੜਨ ਕਰਕੇ ਪੋਲੂਸ਼ਨ ਹੋਈ, ਜਿਹਦੇ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਫੈਸਲਾ ਕੀਤਾ ਕਿ ਜਿਹੜਾ ਕਿਸਾਨ ਸਾੜੇਗਾ ਨਾੜ ਨੂੰ ਤੇ ਪਰਾਲੀ ਨੂੰ, ਉਹਦੇ ਖਿਲਾਫ ਕੇਸ ਬਿਲਡ ਕੀਤਾ ਜਾਵੇਗਾ। ਇਹ ਜਿਹੜੀ ਪਰਾਲੀ ਤੇ ਨਾੜ ਹੈ, ਇਹ ਬੜਾ ਮਹੱਤਵਪੂਰਨ ਰਾ ਮਟੀਰੀਅਲ ਆ ਸਾਡੇ ਕੋਲ। ਇਹਦੇ ਤੋਂ ਬਾਇਓਗੈਸ ਬਣਾਈ ਜਾ ਸਕਦੀ ਹੈ, ਔਰ ਇਹਦੇ ਤੋਂ ਬਾਇਓ ਫਰਟੀਲਾਈਜ਼ਰ ਖਾਦ ਬਣਾਈ ਜਾ ਸਕਦੀ ਹੈ, ਜਿਹੜੀ ਕਿ ਫਸਲਾਂ ਲਈ ਬੜੀ ਜ਼ਰੂਰੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਪ੍ਰਵਾਨਿਤ ਕੀਤਾ ਹੈ, ਤੇ ਲਹਿਰਾ ਗਾਗਾ 'ਚ 2 ਪਲਾਂਟ ਵੀ ਲੱਗੇ ਨੇ। ਉਹਨਾਂ ਦੀ ਕਹਾਣੀ ਬੜੀ ਅਜੀਬ ਹੈ। ਜਦੋਂ ਉਹਨਾਂ ਨੇ ਅਪਲਾਈ ਕੀਤਾ ਜਰਮ ਫਰਮਰ ਨੇ, ਤਾਂ ਉਸ ਵਕਤ ਜਿਹੜੇ ਕੰਸਰਨਡ ਮਿਨਿਸਟਰ ਸੀਗੇ ਉਹ 6 ਮਹੀਨੇ ਫਾਈਲ ਤੇ ਬੈਠੇ ਰਹੇ, ਪੈਸੇ ਮੰਗਦੇ ਰਹੇ। ਉਸ ਤੋਂ ਬਾਅਦ ਮੁੱਖ ਮੰਤਰੀ ਦੇ ਧਿਆਨ 'ਚ ਜਦੋਂ ਕੇਸ ਲਿਆਂਦਾ ਤੇ ਉਹਨਾਂ ਨੇ ਫਟਾਫਟ ਫਾਈਲ ਮੰਗਵਾ ਕੇ ਤੇ ਇਹਨਾਂ ਨੂੰ ਇਜਾਜ਼ਤ ਦਿੱਤੀ, ਤੇ ਹੁਣ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਦਾ ਉਦਘਾਟਨ ਵੀ ਕਰ ਦਿੱਤਾ ਹੈ। ਉਹਦੇ ਨਾਲ 300 ਪਿੰਡਾਂ ਦੀ ਪਰਾਲੀ ਜਿਹੜੀ ਆ ਉਹਦੇ ਤੋਂ ਬਾਇਓਗੈਸ ਬਣੇਗੀ, ਧੂਆਂ ਨਹੀਂ ਨਿਕਲੇਗਾ, ਕਿਸਾਨਾਂ ਨੂੰ ਪੈਸੇ ਮਿਲਣਗੇ। ਤਾਂ ਇੱਕ ਜਿਹੜਾ ਰਾ ਮਟੀਰੀਅਲ ਜਿਹਨੂੰ ਅਸੀਂ ਸਮਝਦੇ ਸਾੜ ਰਹੇ ਸੀਗੇ, ਉਹਦੇ ਤੋਂ ਰੁਜ਼ਗਾਰ ਵੀ ਪੈਦਾ ਹੋਏਗਾ, ਗੈਸ ਵੀ ਪੈਦਾ ਹੋਏਗੀ। ਸਸਤੀ ਹੈ ਇਹ ਗੈਸ, ਜਿਹੜੀ ਗੈਸ ਆਪਾਂ ਘਰਾਂ 'ਚ ਬਾਲਦੇ ਹਾਂ ਉਹਦੇ ਨਾਲ ਇਹ ਅੱਧੇ ਮੁੱਲ ਤੇ ਪੈਦਾ ਹੁੰਦੀ ਹੈ, ਤੇ ਇੰਡੀਅਨ ਆਇਲ ਇਹਦੀ ਮਾਰਕੀਟਿੰਗ ਕਰੇਗਾ। ਤੇ ਜਿਹੜੀ ਬਾਕੀ ਬਾਇਓ ਫਰਟੀਲਾਈਜ਼ਰ ਹੁੰਦੀ ਆ, ਬੋਰੀਆਂ 'ਚ ਬੰਦ ਹੋ ਕੇ ਖੇਤਾਂ 'ਚ ਤੁਸੀਂ ਯੂਜ਼ ਕਰ ਸਕਦੇ ਜੇ। ਸੋ ਜੇ ਹਰ ਬਲਾਕ ਦੇ ਵਿੱਚ ਇਹੋ ਜਿਹੇ ਕਾਰਖਾਨੇ ਲਾਤੇ ਜਾਣ ਤੇ ਬਹੁਤ ਸੰਭਾਵਨਾਵਾਂ ਨੇ ਜਿਹੜੀ ਅਸੀਂ ਸਮਝਦੇ ਹਾਂ। ਇਸ ਤਰ੍ਹਾਂ ਸਾਡਾ ਜਿਹੜਾ ਪਾਣੀ ਆ ਸ਼ਹਿਰਾਂ ਦਾ, ਸੀਵਰੇਜ ਦਾ ਪਾਣੀ ਆ,
ਉਹਨੂੰ ਵੀ ਇਹਦੇ ਨਾਲ ਜੋੜ ਕੇ ਤੇ ਬਾਇਓਗੈਸ ਬਹੁਤ ਬਣੀ ਜਾ ਸਕਦੀ ਹੈ। ਸੋ ਇਹ ਜਿੰਨਾ ਗੰਦ ਹੈ, ਜਿਹਦੇ 'ਚੋਂ ਜ਼ਿਆਦਾ ਬਦਬੂ ਆਉਂਦੀ ਹੈ, ਉਹ ਜ਼ਿਆਦਾ ਗੈਸ ਹੁੰਦੀ ਹੈ ਉਹਦੇ 'ਚ। ਉਹ ਬੜਾ ਮਹੱਤਵਪੂਰਨ ਰਾ ਮਟੀਰੀਅਲ ਹੈ। ਇਸੇ ਤਰ੍ਹਾਂ ਮੈਂ ਐਗਰੋ ਤੁਹਾਨੂੰ ਪ੍ਰੋਸੈਸਿੰਗ ਵਾਸਤੇ ਆਪਾਂ ਕੰਮ ਕਰ ਸਕਦੇ ਹਾਂ, ਪਰ ਇਹਦੇ ਵਾਸਤੇ ਸਰਕਾਰ ਜਿਹੜੀ ਆ ਉਹਨੂੰ ਬੜੇ ਟਰਾਂਸਪੇਰੈਂਟ ਤਰੀਕੇ ਨਾਲ ਕੰਮ ਕਰਨਾ ਪਏਗਾ। ਇਹਨਾਂ ਦੀ ਮਦਦ ਕਰਨੀ ਪਏਗੀ, ਨਾਲ ਉਹਨਾਂ ਨੂੰ ਰੈਗੂਲੇਟ ਕਰਨਾ ਪਏਗਾ, ਨਾਲ ਉਹਨਾਂ ਨੂੰ ਐਜੂਕੇਟ ਕਰਨਾ ਪਏਗਾ ਕਿ ਤੁਸੀਂ ਪੋਲੂਸ਼ਨ ਨਹੀਂ ਪੈਦਾ ਕਰਨੀ, ਤੁਸੀਂ ਰੁਜ਼ਗਾਰ ਇੱਥੇ ਦੇਣਾ ਹੈ। ਜਿਵੇਂ ਸਾਡੇ ਗੁਆਂਢੀ ਸੂਬਿਆਂ ਦੇ ਵਿੱਚ, ਹਰਿਆਣੇ ਵਿੱਚ ਤੇ ਹਿਮਾਚਲ 'ਚ ਇਹ ਫੈਸਲਾ ਕੀਤਾ ਹੋਇਆ ਕਿ ਜਿੰਨੀਆਂ ਨੌਕਰੀਆਂ ਪੈਦਾ ਹੋਣਗੀਆਂ ਇੰਡਸਟਰੀ ਦੇ ਵਿੱਚ, ਉਹ 70% ਉੱਥੋਂ ਦੇ ਸਟੇਟ ਵਾਸੀਆਂ ਨੂੰ ਦਿੱਤੀਆਂ ਜਾਣਗੀਆਂ। ਇਹ ਪੰਜਾਬ 'ਚ ਨਹੀਂ ਕੀਤਾ ਪਿਛਲੇ ਸਮੇਂ 'ਚ। ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ, ਇੱਥੇ ਪ੍ਰੋਸੈਸਿੰਗ ਕਰਨ ਵਾਸਤੇ ਇਹ ਸਾਰੇ ਕੰਮ ਸਰਕਾਰ ਨੇ ਕਰਨੇ ਆ। ਤੇ ਨਾਲ ਹੀ ਸਰਕਾਰ ਜਿਹੜੀ ਆ, ਜੇ ਪ੍ਰਾਈਵੇਟ ਇਨੀਸ਼ੀਏਟਿਵ ਨਹੀਂ ਆਉਂਦਾ ਤੇ ਕੁਝ ਆਪ ਵੀ ਕੁਝ ਇਹੋ ਜਿਹੇ ਕੰਮ ਕਰ ਸਕਦੇ ਨੇ। ਤੇ ਇਸ ਕਰਕੇ ਇਸ਼ਤਿਹਾਰ ਜ਼ਿਆਦਾ ਮੈਂ ਦੇਣ ਦੀ ਤੁਹਾਨੂੰ ਬਜਾਏ ਜਿਹੜਾ ਹੈ ਨਿਵੇਸ਼ ਵਿੱਚ ਜਾਣਾ ਚਾਹੀਦਾ। ਮੈਂ ਤੁਹਾਨੂੰ ਇਹੀ ਗੱਲ ਪੁੱਛਣ ਲੱਗੀ ਸੀ ਕਿ ਕੀ ਸਰਕਾਰ ਕੋਲ ਪੈਸਾ ਹੈਗਾ ਇਨ ਕੇਸ ਦੇ ਵਾਂਟ ਟੂ ਇਨਵੈਸਟ, ਕੋਈ ਉਹਨਾਂ ਨੇ ਇੰਡਸਟਰੀ ਲਾਉਣੀ ਹੋਵੇ ਆਪਣੀ, ਕੀ ਸਰਕਾਰ ਕੋਲ ਐਟ ਦਾ ਸੇਮ ਟਾਈਮ ਮੋਟੀ ਕਿਸ਼ਤ ਵੀ ਕਰਜ਼ੇ ਦੀ ਜਾਂਦੀ ਹੈ? ਪੈਸਾ ਨਹੀਂ ਹੈਗਾ ਆਪਣੇ ਖਜ਼ਾਨੇ 'ਚ ਜੀ? ਮਨਵੀਰ, ਜੇ 750 ਕਰੋੜ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਤੇ ਇਹਦੇ ਨਾਲ ਤਾਂ 7-8 ਫੈਕਟਰੀਆਂ ਲਾਈਆਂ ਜਾ ਸਕਦੀਆਂ 100 ਕਰੋੜ ਦੀਆਂ, ਤੇ ਰੁਜ਼ਗਾਰ ਪੈਦਾ ਕੀਤੇ ਜਾ ਸਕਦੇ। ਤਾਂ ਇਸ਼ਤਿਹਾਰ ਦੇਣਾ ਕਿ ਕੰਮ ਬੋਲਦਾ ਹੈ, ਤਾਂ ਕੰਮ ਕਰਨਾ ਚਾਹੀਦਾ ਨਾ। ਇਸ਼ਤਿਹਾਰ ਦੇਣ ਦੀ ਬਜਾਏ, ਜੇ ਆਪਾਂ ਨੂੰ ਲੱਗਦਾ ਕਿ ਆਪਣੀ ਹਾਲਤ ਮਾੜੀ ਆ, ਤੇ ਇਸ਼ਤਿਹਾਰ ਬਹੁਤੇ ਦੇਣ ਦੀ ਬਜਾਏ ਸਾਨੂੰ ਤਵੱਜੋ ਇਸ ਪਾਸੇ ਦੇਣੀ ਚਾਹੀਦੀ ਹੈ ਕਿ ਅਸੀਂ ਇਹੋ ਜਿਹੇ ਅਦਾਰੇ ਪੈਦਾ ਕਰੀਏ ਜਿਹਦੇ ਨਾਲ ਇੱਥੋਂ ਦਾ ਜਿਹੜਾ ਪ੍ਰੋਡਕਸ਼ਨ ਹੈ, ਖੇਤੀ ਦੀ ਦਾ ਉਤਪਾਦ ਹੈ, ਉਹਨੂੰ ਕੱਚਾ ਵੇਚਣ ਦੀ ਬਜਾਏ ਪ੍ਰੋਸੈਸ ਕਰੀਏ। ਜਿਹਨੂੰ ਪ੍ਰੋਸੈਸ ਨਹੀਂ ਕਰ ਸਕਦੇ ਉਹਦੇ ਵਾਸਤੇ ਕੋਲਡ ਚੇਨ ਪੈਦਾ ਕਰ ਲਈਏ, ਕੋਲਡ ਸਟੋਰੇਜ ਬਣਾ ਲਈਏ। ਜਿਵੇਂ ਹੁਣ ਮੈਨੂੰ ਕਿਸੇ ਨੇ SMS ਕਰਕੇ ਕਿਹਾ ਕਿ ਤੁਸੀਂ ਲੇਖ ਤਾਂ ਬੜਾ ਵਧੀਆ ਲਿਖਿਆ, ਪਰ ਜਿਹੜੇ ਗੰਢੇ ਨੇ 200 ਕਿਲੋ ਗੰਢੇ ਜਿਹੜੇ ਨੇ ਉਹ 'ਚ ਕਿਸਾਨਾਂ ਨੂੰ 2 ਰੁਪਏ ਨਹੀਂ ਮਿਲੇ। ਤਾਂ ਜਦੋਂ ਫਸਲ ਆਉਂਦੀ ਹੈ ਉਹਨੂੰ ਸਟੋਰ ਕਰਨ ਦਾ ਪ੍ਰਬੰਧ ਕੀਤਾ ਜਾਵੇ, ਕੋਲਡ ਚੇਨ ਬਣਾ ਲਈ ਜਾਵੇ, ਤੇ ਇਹੀ ਗੰਢਿਆਂ ਦਾ ਜਿਹੜਾ ਭਾਅ ਹੈਗਾ 15 ਦਿਨਾਂ ਬਾਅਦ ਕਾਫੀ ਵੱਧ ਜਾਣਾ ਹੈਗਾ। ਕਿਉਂਕਿ ਜ਼ਿਆਦਾ ਐਮਫੈਸਿਸ ਤੁਸੀਂ ਵੀ ਐਗਰੋ ਇੰਡਸਟਰੀ ਐਂਡ ਐਗਰੋ ਪ੍ਰੋਸੈਸਿੰਗ ਤੇ ਦੇ ਰਹੇ ਆ। ਕੀ ਪੰਜਾਬ ਵਾਕਈ ਹੀ ਇੱਕ ਖੇਤੀ ਪ੍ਰਧਾਨ ਸੂਬਾ ਹੈ ਜੀ? ਇੱਥੇ ਬਾਕੀ ਇੰਡਸਟਰੀ ਪਿਛਾਂਹ ਹੈ ਤੇ ਖੇਤੀ ਪ੍ਰਾਇਮਰੀ ਲੈਵਲ ਤੇ ਆਂਦੀ ਹੈ। ਕੀ ਖੇਤੀ ਦੇ ਵਿੱਚ ਸਫੀਸ਼ੀਐਂਟ ਰੋਜ਼ਗਾਰ ਆਪਾਂ ਦੇ ਸਕਦੇ ਹਾਂ ਪੰਜਾਬੀਆਂ ਨੂੰ? ਕਿਉਂਕਿ ਐਸ ਫਾਰ ਐਸ ਪਿੰਡਾਂ ਦੇ ਵਿੱਚ ਆਪਾਂ ਖੇਤੀਬਾੜੀ ਵਾਲਿਆਂ ਨੂੰ ਦੇਖਦੇ ਹਾਂ ਤਾਂ ਉਹਨਾਂ ਦੇ ਬੱਚੇ ਜਿਹੜੇ ਨੇ ਖੇਤੀ ਦੇ ਵਿੱਚ ਇੱਕ ਪਾਰਟ ਟਾਈਮ ਜੌਬ ਹੈ ਜੀ, ਕਦੀ ਕਦਾਰ ਸਮਰ ਜਾਂ ਵਿੰਟਰ ਦੇ ਵਿੱਚ ਕਰ ਲਈ, ਖੇਤ ਖੂਤ ਵਾਲੇ, ਇੱਥੋਂ ਤੱਕ ਹੀ ਲਿਮਿਟਡ ਨੇ। ਕੀ ਜਿਹੜਾ ਪੰਜਾਬ ਆ ਉਹ ਖੇਤੀ ਪ੍ਰਧਾਨ ਸੂਬਾ ਹੈ, ਤੇ ਖੇਤੀ ਪ੍ਰਧਾਨ ਹੋ ਕੇ ਕੀ ਪੰਜਾਬ ਸਰਵਾਈਵ ਕਰ ਸਕਦਾ ਹੈ ਜੀ? ਮਨਵੀਰ, ਇਹ ਗੱਲ ਤਾਂ ਮਿੱਥ ਹੈ ਕਿ ਪੰਜਾਬ ਖੇਤੀ ਪ੍ਰਧਾਨ ਹੈ। ਜੇ ਇਸ ਵਕਤ ਅੰਕੜੇ ਦੇਖੇ ਜਾਣ ਤੇ ਪੰਜਾਬ ਦੀ ਖੇਤੀ ਦੇ ਵਿੱਚ ਕੁੱਲ ਰੁਜ਼ਗਾਰ ਜਿੰਨਾ ਪੰਜਾਬ ਦੇ ਵਿੱਚ ਹੈ, ਉਹਦਾ ਹਿੱਸਾ 26% ਹੈ, 25.8% ਹੈ। ਔਰ ਆਮਦਨ ਜਿਹੜੀ ਖੇਤੀ ਤੋਂ ਕੁੱਲ ਸਾਡੀ ਸਟੇਟ ਦੀ ਆਮਦਨ 29% ਆ ਰਿਹਾ। ਸੋ ਇਸ ਕਰਕੇ ਜਿਹੜੀ ਪੰਜਾਬ ਦੇ ਵਿੱਚ ਆਲਰੇਡੀ ਜਿਹੜੀ ਮੇਜਰ ਸੋਰਸ ਆਫ ਰੁਜ਼ਗਾਰ ਹੈ, ਰੁਜ਼ਗਾਰ ਦਾ ਹਿੱਸਾ ਹੈ, ਉਹ ਸੇਵਾਵਾਂ ਚੋਂ ਆ ਰਿਹਾ ਹੈਗਾ। ਔਰ ਇਸੇ ਤਰ੍ਹਾਂ ਆਮਦਨ ਦਾ ਮੇਜਰ ਹਿੱਸਾ ਵੀ ਸੇਵਾਵਾਂ ਚੋਂ ਆ ਰਿਹਾ। 46% ਲੋਕ ਸੇਵਾਵਾਂ 'ਚ ਕੰਮ ਕਰਦੇ ਨੇ। ਇੰਡਸਟਰੀ ਦੇ ਵਿੱਚ, ਸਰਵਿਸ ਸੈਂਟਰ ਜਿਹਨੂੰ ਕਹਿੰਦੇ ਨੇ। ਹਾਂ, ਤੇ ਇੰਡਸਟਰੀ ਦੇ ਵਿੱਚ 32% ਲੋਕ ਕੰਮ ਕਰਦੇ ਨੇ। ਸੋ ਖੇਤੀ ਚੋਂ ਆਲਰੇਡੀ ਕਾਫੀ ਲੋਕ ਬਾਹਰ ਜਾ ਚੁੱਕੇ ਨੇ। ਤੋ ਇਸ ਕਰਕੇ ਮੈਂ ਸਮਝਦਾ ਕਿ ਸਾਨੂੰ ਜਿਹੜਾ ਇੱਕ ਹੈਲਦੀ, ਜਿਹੜਾ ਇੱਕ ਤੰਦਰੁਸਤ, ਸਿਹਤਮੰਦ, ਸੰਤੁਲਨ ਜਿਹੜੇ ਸੈਕਟਰ ਨੇ ਉਹਨਾਂ 'ਚ ਬਣਾ ਕੇ, ਇੱਕ ਪਲਾਨਿੰਗ ਕਰਕੇ, ਸੋਚ ਸਮਝ ਕੇ, ਇੱਕ ਰੂਪ ਰੇਖਾ ਤਿਆਰ ਕਰਕੇ ਵਿਕਾਸ ਵੱਲ ਵਧਣਾ ਚਾਹੀਦਾ। ਤੇ ਇਹ ਸੰਭਵ ਹੈ। ਔਰ ਜੇ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਅਸੀਂ ਅੱਗੇ ਜਾ ਸਕਦੇ ਹਾਂ, ਤੁਰ ਸਕਦੇ ਹਾਂ। ਔਰ ਇਹ ਜੇ ਅਸੀਂ ਤੁਰਨ ਦੀ ਕੋਸ਼ਿਸ਼ ਕਰੀਏ ਤੇ ਨਾਲ ਜਿਹੜੀ ਲੋਕਾਂ ਨੂੰ ਨਾਲ ਲਈਏ, ਕਿ ਲੋਕਾਂ ਨੂੰ ਇਹ ਇਮੇਜ ਨਾ ਦਈਏ ਕਿ ਅਸੀਂ ਤੁਹਾਡੇ ਮਸਲਿਆਂ ਦੇ ਬਾਰੇ ਸੋਚਦੇ ਨਹੀਂ ਹਾਂ, ਅਸੀਂ ਸੰਵੇਦਨਸ਼ੀਲ ਨਹੀਂ ਹਾਂ। ਲੋਕਾਂ ਨੂੰ ਵੀ ਕਾਨਫੀਡੈਂਸ ਲੈਣਾ ਹੈ, ਯੂਥ ਨੂੰ ਵੀ ਕਾਨਫੀਡੈਂਸ ਲੈਣਾ ਹੈਗਾ। ਔਰ ਨਾਲ ਬੜੀ ਟੈਕਟਫੁਲੀ ਕੇਂਦਰ ਸਰਕਾਰ ਦੇ ਨਾਲ ਵੀ ਗੱਲਬਾਤ ਦੇ ਤਰੀਕੇ ਦੇ ਨਾਲ, ਗਵਰਨਰ ਨਾਲ ਕਨਫਰੰਟੇਸ਼ਨ ਕਰਨ ਦੀ ਬਜਾਏ ਉਹਨਾਂ ਨਾਲ ਸੁਹਿਰਦਤਾ ਨਾਲ ਗੱਲਬਾਤ ਕਰਕੇ, ਇਹ ਮੈਂ ਸਮਝਦਾ ਕਿ ਸਕਿੱਲ ਜਿਹੜੇ ਨੇ, ਐਡਮਿਨਿਸਟ੍ਰੇਟਿਵ ਸਕਿੱਲ ਜਿਹੜੇ ਨੇ, ਪ੍ਰਬੰਧਕੀ ਜਿਹੜੇ ਸਕਿੱਲ ਨੇ, ਇਹ ਜੇ ਆ ਜਾਣ ਤਾਂ ਕਾਫੀ ਕੁਝ ਅੱਗੇ ਤੋਰਿਆ ਜਾ ਸਕਦਾ ਹੈ। ਬਾਵਜੂਦ ਮੁਸ਼ਕਲਾਂ ਦੇ, ਮੁਸ਼ਕਲਾਂ ਜ਼ਰੂਰ ਨੇ। ਮੁਸ਼ਕਲਾਂ, ਪਹਿਲੀ ਮੁਸ਼ਕਲ ਇਹ ਆ ਕਿ ਸਥਿਤੀ ਬੜੀ ਖਰਾਬ ਹੈ।
ਗਰਾਊਂਡ ਰਿਐਲਿਟੀ, ਗਰਾਊਂਡ ਦੇ ਉੱਤੇ ਖਰਾਬ ਸਿਚੁਏਸ਼ਨ ਹੈ। ਕੇਂਦਰ ਸੰਪਰਕ ਨਹੀਂ ਕਰ ਰਿਹਾ, ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਜਾਂ ਪੋਲੀਟੀਕਲ ਮੂਵਮੈਂਟ ਜਿਹੜੀ ਆ ਕੋਆਪਰੇਟ ਨਹੀਂ ਕਰ ਰਹੀ। ਤੇ ਇਸ ਸਿਚੁਏਸ਼ਨ ਦੇ ਵਿੱਚ ਜੇ ਬੜਾ ਸੰਵੇਦਨਸ਼ੀਲ ਹੋ ਕੇ ਮੈਂ ਸਮਝਦਾ ਕਿ ਜਿਹੜਾ ਸਰਕਾਰ ਦਾ ਐਟੀਟਿਊਡ ਦੋ ਜਗ੍ਹਾ ਹੈ, ਖਾਸ ਕਰਕੇ ਅਜਨਾਲੇ ਵਾਲੀ ਸਿਚੁਏਸ਼ਨ ਦੇ ਵਿੱਚ ਉਹਨਾਂ ਨੇ ਜਿਹੜਾ ਕੋਟਕਪੂਰੇ ਵਾਲੀਆਂ ਘਟਨਾਵਾਂ ਤੋਂ ਬਚਾਅ ਕਰ ਲਿਆ। ਬੇਸ਼ੱਕ ਇਹਦਾ ਇਮੇਜ ਬਹੁਤ ਅੱਛਾ ਨਹੀਂ ਗਿਆ ਐਡਮਿਨਿਸਟ੍ਰੇਟਿਵਲੀ, ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂਕਿ ਲੈ ਕੇ ਨਾਲ ਜਾ ਰਹੇ ਸੀਗੇ, ਉਹਨਾਂ ਨੇ ਇਹਦਾ ਬਚਾਅ ਕੀਤਾ, ਉਸ ਸਿਚੁਏਸ਼ਨ ਨੂੰ ਬਚਾ ਲਿਆ ਹੈਗਾ। ਔਰ ਬਾਈਬਲ ਕਲਾਮ ਵਾਲੇ ਜਿਹੜੇ ਨੇ ਉਹਨਾਂ ਦੀ ਰਿਪੋਰਟ ਦੀ ਉਹਨਾਂ ਨੇ ਸਿੱਟ ਦੀ ਰਿਪੋਰਟ ਹੈ ਉਹਦੇ ਬੇਸ ਤੇ ਕੋਈ ਕੇਸ ਕੂਸ ਵੀ ਦਰਜ ਕਰਾਏ ਨੇ। ਪਰ ਮੈਂ ਸਮਝਦਾ ਕਾਫੀ ਕੁਝ ਕਰਨ ਦੀ ਜ਼ਰੂਰਤ ਹੈ। ਔਰ ਇਸ ਸੰਬੰਧ ਦੇ ਵਿੱਚ ਜੇ ਸੋਸ਼ਲ ਮੂਵਮੈਂਟ ਨੂੰ ਕਾਨਫੀਡੈਂਸ ਨਾਲ ਲਿਆ ਜਾਵੇ, ਆਪਣੀਆਂ ਮੁਸ਼ਕਲਾਂ ਦੱਸੀਆਂ ਜਾਣ, ਤਾਂ ਸੋਸ਼ਲ ਮੂਵਮੈਂਟ ਵੀ ਪੰਜਾਬ ਦੇ ਲੋਕ ਇੰਨੇ ਅਕਿਰਤ ਘਣ ਨਹੀਂ ਹੈਗੇ, ਉਹ ਵੀ ਤੁਹਾਡੇ ਨਾਲ ਕੋਆਪਰੇਟ ਕਰਨਗੇ। ਔਰ ਲੇਕਿਨ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਦੀ ਲੋੜ ਹੈ ਕਿ ਅਸੀਂ ਜੈਨੂਅਨਲੀ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਹੱਲ ਕਰਨ ਵੱਲ ਅੱਗੇ ਤੁਰ ਰਹੇ ਹਾਂ। ਹੁਣ ਬੁਝਾਰਤ ਇਹ ਜੀ ਸਮਝ ਆਈ ਹੈ ਮੈਨੂੰ ਕਿ ਬੁਝਾਰਤ ਹੀ ਹੈ ਤੁਹਾਡੇ ਸਾਹਮਣੇ ਸਰ ਕਿ ਪੰਜਾਬ ਦੀਆਂ ਸਿਆਸੀ ਤੇ ਸਮਾਜਿਕ ਜਿਹੜੀਆਂ ਮੂਵਮੈਂਟ ਸੀ, ਲਹਿਰਾਂ ਸੀ, ਚੰਗੀਆਂ ਸੀ ਜਾਂ ਮਾੜੀਆਂ ਸੀ, ਕਿ ਇਹਨਾਂ ਵਿੱਚੋਂ ਪੰਜਾਬ ਦੀ ਜਿਹੜੀ ਫਾਈਨੈਂਸ਼ੀਅਲ ਕ੍ਰਾਈਸਿਸ ਆ ਉਹ ਨਿਕਲਿਆ ਹੈ ਕਿ ਪੰਜਾਬ ਦੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਸਾਡੀਆਂ ਸਮਾਜਿਕ ਐਂਡ ਇਹ ਜਿਹੜੀਆਂ ਸਿਆਸੀ ਉਲਝਣਬਾਜ਼ੀਆਂ ਉਹ ਨਿਕਲੀਆਂ ਨੇ। ਹੁਣ ਇਸ ਨੂੰ ਥੋੜਾ ਜਿਹਾ ਸੌਰਟ ਆਊਟ ਕਰੋ ਜੀ। ਦੇਖੋ, ਮੈਂ ਨਾ ਜਿਹੜੇ ਪੰਜਾਬ ਦੇ ਕਰਜ਼ੇ ਦੀ ਸਮੱਸਿਆ ਦੇ ਉੱਤੇ ਡੇਟਾ ਕੁਝ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਪਹਿਲੀ ਦਫਾ ਕਰਜ਼ੇ ਦੀ ਜਿਹੜੀ ਸਮੱਸਿਆ ਹੈਗਾ ਜਦੋਂ 1980 ਦੇ ਵਿੱਚ ਪੰਜਾਬ ਦੇ ਵਿੱਚ ਫੌਜ ਲਾ ਕੇ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ ਔਰ ਉਹਦੇ ਨਾਲ ਬਹੁਤ ਜ਼ਿਆਦਾ CRP ਇੱਥੇ ਲਾਈ ਗਈ, ਤੇ ਉਹ 8500 ਕਰੋੜ ਦਾ ਸੈਂਟਰ ਗਵਰਨਮੈਂਟ ਦੇ ਪੰਜਾਬ ਤੇ ਕਰਜ਼ਾ ਲਾਤਾ ਸੀਗਾ। ਤੇ ਬੇਅੰਤ ਸਿੰਘ ਦੀ ਸਰਕਾਰ ਨੇ ਉਹਦੀਆਂ ਕੁਝ ਕਿਸ਼ਤਾਂ ਵੀ ਭਰੀਆਂ ਸੀਗੀਆਂ। ਲੇਕਿਨ ਉਸ ਤੋਂ ਬਾਅਦ ਜਦੋਂ ਆਈ ਕਿ ਗੁਜਰਾਲ ਦੀ ਸਰਕਾਰ ਆਈ ਤਾਂ ਉਹਨਾਂ ਨੇ ਇਹ ਜਿਹੜੀਆਂ ਕਰਜ਼ੇ ਦੀਆਂ ਰਹਿੰਦੀਆਂ ਕਿਸ਼ਤਾਂ ਸੀ ਮਾਫ ਕਰਤੀਆਂ। ਸੋ ਜਿਹੜਾ ਉਸ ਪੀਰੀਅਡ ਦਾ ਕਰਜ਼ਾ ਸੀ ਉਹ ਮਾਫ ਹੋ ਗਿਆ। ਲੇਕਿਨ ਇਹ ਕਰਜ਼ਾ ਜਿਹੜਾ ਹੈ ਇਹ ਜਿਹੜੀ 25 ਸਾਲ ਦਾ ਪੀਰੀਅਡ ਹੈ, ਜਿਸ 'ਚ 10 ਸਾਲ ਕਾਂਗਰਸ ਦਾ ਹੈਗਾ, 15 ਸਾਲ ਅਕਾਲੀਆਂ ਦਾ ਹੈਗਾ। ਤੇ ਅਕਾਲੀਆਂ ਨੇ 65% ਕਰਜ਼ਾ ਚੜਾਇਆ ਤੇ ਕਾਂਗਰਸ ਨੇ 35% ਕਰਜ਼ਾ ਚੜਾਇਆ। ਸੋ ਇਹ ਜਿਹੜਾ ਮਿਸਮੈਨੇਜਮੈਂਟ ਹੈ, ਕਰਜ਼ਾ ਚੜਾਉਣ ਵਾਲੀ ਪੋਜੀਸ਼ਨ ਹੈ, ਉਹ ਨਾ ਤਾਂ ਸੋਸ਼ਲ ਮੂਵਮੈਂਟ ਨੇ ਪੈਦਾ ਕੀਤੀ ਹੈ, ਉਹ ਜਿਹੜੀ ਵਿੱਤੀ ਗੈਰ ਜ਼ਿੰਮੇਵਾਰਾਨਾ ਜਿਹੜੇ ਸਰਕਾਰਾਂ ਨੇ, ਜਿਹੜੀਆਂ ਲੀਡਰਾਂ ਨੇ ਨੀਤੀਆਂ ਬਣਾਈਆਂ ਨੇ ਉਹਦੇ ਕਾਰਨ ਕਰਕੇ ਹੋਇਆ ਹੈਗਾ। ਤੇ ਇਸ ਕਰਕੇ ਮੈਂ ਸਮਝਦਾ ਕਿ ਜੇ ਜ਼ਿੰਮੇਵਾਰਾਨਾ ਵਿੱਤੀ ਤੌਰ ਤੇ ਰਿਸਪੌਂਸੀਬਲ ਪਾਲਿਸੀ ਅਪਣਾਈ ਜਾਵੇ ਤਾਂ ਇਹਦੇ ਚੋਂ ਬਾਹਰ ਨਿਕਲਣ ਦਾ ਰਸਤਾ ਹੈਗਾ। ਉਹਦੇ ਵਾਸਤੇ ਮੈਂ ਚਾਹੁੰਦਾ ਹਾਂ ਕਿ ਜਿਹੜਾ ਸਾਡੇ ਮੁੱਖ ਮੰਤਰੀ ਨੇ ਜਾਂ ਫਾਈਨਾਂਸ ਮੰਤਰੀ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਮਾਹਰਾਂ ਦੀ ਇੱਕ ਕਮੇਟੀ ਬਣਾ ਕੇ, ਪ੍ਰਾਈਮ ਮਿਨਿਸਟਰ ਦੀ ਐਡਵਾਈਜ਼ਰੀ ਕਮੇਟੀ ਬਣਾ ਕੇ ਉਹਨਾਂ ਤੋਂ ਲਗਾਤਾਰ ਸਲਾਹ ਲੈਣ, ਇੱਕ ਰੋਡ ਮੈਪ ਤਿਆਰ ਕਰਨ ਕਿ ਕਰਜ਼ੇ ਨੂੰ ਕਿਵੇਂ ਘਟਾਉਣਾ ਹੈ, ਕਿਵੇਂ ਇਹਨੂੰ ਰਿਟਾਇਰ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਨਾਲ ਹੀ ਕਿਵੇਂ ਸੁਚੱਜੇ ਢੰਗ ਦੇ ਨਾਲ ਪੈਸੇ ਜਿਹੜੇ ਨੇ ਖਰਚਣੇ ਨੇ। ਪੈਸੇ ਜਿੰਨੇ ਆਪਾਂ ਖਰਚਦੇ ਆ ਉਹ ਵੀ ਦੇਖਣਾ ਚਾਹੀਦਾ ਕਿ ਉਹਦਾ ਕੋਈ ਫਾਇਦਾ ਵੀ ਹੋ ਰਿਹਾ ਕਿ ਨਹੀਂ। ਉਹਦੇ ਜਿਹੜੇ ਲੂਪ ਹੋਲ ਨੇ ਉਹਦੇ ਵਿੱਚ ਉਹ ਘਟਾਉਣੇ ਚਾਹੀਦੇ ਨੇ। ਜਿਵੇਂ ਪਿੱਛੇ ਬਠਿੰਡੇ ਦਾ ਕੇਸ ਆਇਆ ਕਿ ਰੂਰਲ ਡਿਵੈਲਪਮੈਂਟ ਵਾਸਤੇ ਪੈਸੇ ਰਿਲੀਜ਼ ਕਰਨ ਵਾਸਤੇ MLA ਸਾਹਿਬ ਜਿਹੜੇ ਨੇ ਉਹ 'ਚੋਂ 20% ਹਿੱਸਾ ਮੰਗਣ ਲੱਗ ਗਏ। ਸੋ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਵੱਲ ਤਵੱਜੋ ਦੇਣ ਦੀ ਲੋੜ ਹੈ। ਔਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਵਿਸ਼ਵਾਸ ਘਟਾਉਂਦੀਆਂ ਨੇ। ਸੋ ਇਸ ਕਰਕੇ ਮੈਂ ਸਮਝਦਾ ਕਿ ਬੜੇ ਸੁਚੱਜੇ ਤਰੀਕੇ ਦੇ ਨਾਲ, ਜੇ ਟਰਾਂਸਪੇਰੈਂਟ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਲੋਕ ਵੀ ਕੋਆਪਰੇਟ ਕਰਦੇ ਨੇ ਤੇ ਸਮੱਸਿਆਵਾਂ ਦੇ ਹੱਲ ਵੀ ਲੱਭੇ ਜਾ ਸਕਦੇ ਨੇ। ਇਹਦੀ ਮੋਟੀ ਮਿਸਾਲ ਇਹ ਆ ਕਿ ਪੰਜਾਬ ਦੇ ਵਿੱਚ 47 ਤੋਂ ਬਾਅਦ ਜਿੰਨਾ ਵੱਡਾ ਦੁਖਾਂਤ ਹੋਇਆ ਸੀਗਾ ਤੇ ਜਿੰਨੀ ਡਿਸਲੋਕੇਸ਼ਨ ਹੋਈ ਸੀਗੀ, ਤਾਂ ਪੰਜਾਬ ਇੱਕ ਬਹੁਤ ਸਟੇਟ ਆ ਦੁਨੀਆ ਦੇ ਵਿੱਚ ਜਿਹਨੇ ਅਗਲੇ 10 ਸਾਲਾਂ ਦੇ ਵਿੱਚ ਸਾਰਾ ਕੁਝ ਠੀਕ ਕਰ ਲਿਆ ਸੀਗਾ। ਤੇ 1955-56 ਦੇ ਵਿੱਚ ਪੰਜਾਬ ਪਰ ਕੈਪੀਟਾ ਇਨਕਮ ਵਿੱਚ ਦੁਨੀਆ ਦਾ ਨੰਬਰ 1 ਸੂਬਾ ਬਣ ਗਿਆ ਸੀਗਾ, ਕਿਉਂਕਿ ਉਸ ਵਕਤ ਲੀਡਰਸ਼ਿਪ ਨੇ ਬੜਾ ਸੁਚੱਜੇ ਢੰਗ ਦੇ ਨਾਲ, ਸਿਆਸੀ ਲੀਡਰਸ਼ਿਪ ਨੇ ਵੀ ਔਰ ਜਿਹੜੇ ਬਿਊਰੋਕਰੈਟਿਕ ਲੀਡਰਸ਼ਿਪ ਹੈ ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਧਰੋਂ ਲੋਕ ਜ਼ਿਆਦਾ ਜ਼ਮੀਨਾਂ ਛੱਡ ਕੇ ਆਏ ਸੀ, ਉਹਨਾਂ ਨੂੰ ਅਲਾਟ ਕੀਤੀਆਂ ਗਈਆਂ, ਬਹੁਤ ਘੱਟ ਕਰਪਸ਼ਨ ਦੇ ਕੇਸ ਹੋਏ। ਪਰ ਹੁਣ ਸਾਡੀ ਜਿਹੜੀ ਲੀਡਰਸ਼ਿਪ ਹੈ, ਸਿਆਸੀ ਵੀ ਤੇ ਬਿਊਰੋਕਰੈਟਿਕ ਵੀ, ਉਹ ਪੈਸੇ ਕਮਾਉਣ 'ਚ ਜ਼ਿਆਦਾ ਇੰਟਰਸਟਡ ਨੇ। ਉਹਨਾਂ ਨੂੰ ਥੋੜਾ ਜਿਹੜਾ ਠੀਕ ਤਰੀਕੇ ਨਾਲ ਜੇ ਆਪਰੇਟ ਕਰਨ ਤੇ ਪੰਜਾਬ ਨੂੰ ਸੰਕਟ ਚੋਂ ਕੱਢਿਆ ਜਾ ਸਕਦਾ ਹੈ। ਜੇ ਬਹੁਤ
ਜਲਦੀ ਨਹੀਂ ਤਾਂ ਓਵਰ ਪੀਰੀਅਡ ਆਫ ਟਾਈਮ ਇਹਦੇ ਚੋਂ ਅਸੀਂ ਬਾਹਰ ਜਾ ਸਕਦੇ ਹਾਂ। ਔਰ ਇਹਦੇ ਨਾਲ ਸਾਰੀਆਂ ਧਿਰਾਂ ਨੂੰ ਇਹ ਅਹਿਸਾਸ ਦਿਵਾਉਣ ਦੀ ਲੋੜ ਹੈ ਕਿ ਕਿਸੇ ਨਾਲ ਜ਼ਿਆਦਤੀ ਨਹੀਂ ਹੋਏਗੀ। ਅਸੀਂ ਇੱਥੇ ਇੱਕ ਸੈਕੂਲਰ ਕਿਸਮ ਦੀ ਗਵਰਨਮੈਂਟ ਜਿਹੜੀ ਆ ਉਹ ਚਲਾਵਾਂਗੇ, ਔਰ ਪੰਜਾਬ ਦੀਆਂ ਲੋਕਾਂ ਦੀਆਂ ਇਛਾਵਾਂ ਦੇ ਮੁਤਾਬਕ ਜਿਹੜੀ ਆ ਅਸੀਂ ਕੰਮਕਾਜ ਕਰਾਂਗੇ। ਹੇਰਾਫੇਰੀ ਨਹੀਂ ਹੋਣ ਦਿੱਤੀ ਜਾਏਗੀ, ਔਰ ਜਿਹੜੇ ਪੰਜਾਬ ਦੇ ਸਾਧਨ ਨੇ ਉਹਨਾਂ ਦੀ ਦੁਰਵਰਤੋਂ ਰੋਕ ਕੇ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਅਸੀਂ ਪ੍ਰੋਸਪੈਰਿਟੀ ਵੱਲ ਨੂੰ ਵੱਧ ਸਕਦੇ ਹਾਂ। ਜੀ ਗਿੱਲ ਸਾਹਿਬ, ਆਖਰੀ ਸਵਾਲ ਆਲਮੋਸਟ ਮੇਰਾ, ਕਿ ਜਿਹੜਾ ਪੰਜਾਬ ਦੇ ਵਿੱਚ ਵਰਤਾਰਾ ਵਾਪਰ ਰਿਹਾ ਹੈ, ਚਾਹੇ ਸੋਸ਼ਲ ਪਰਸਪੈਕਟਿਵ ਦੇ ਵਿੱਚ ਆ, ਚਾਹੇ ਆਪਾਂ ਮਿਲੀਟੈਂਟ ਪਰਸਪੈਕਟਿਵ ਦੇ ਵਿੱਚ ਵੀ ਥੋੜਾ ਜਿਹਾ ਨਜ਼ਰ ਆ ਰਿਹਾ ਆਪਾਂ ਨੂੰ, ਚਾਹੇ ਆਰਥਿਕ ਹੈ, ਇਹਦੇ ਪਿੱਛੇ ਕਿਤੇ ਨਾ ਕਿਤੇ ਆਪਣੀਆਂ ਰਾਜਸੀ ਧਿਰਾਂ ਸ਼ਾਮਿਲ ਨੇ। ਉਹ ਕਿਵੇਂ ਇਹਨੂੰ ਦਿਸ਼ਾ ਦੇ ਰਹੀਆਂ ਨੇ ਪੂਰੇ ਸਿਨੈਰੀਓ ਨੂੰ, ਅਸੀਂ ਇਹ ਵੀ ਜਾਣਨਾ ਚਾਹਾਂਗੇ ਤੁਹਾਡੇ ਤੋਂ। ਔਰ ਇੱਕ ਚੀਜ਼ ਹੋਰ, ਕਿ ਇਹੀ ਰਾਜਸੀ ਧਿਰਾਂ ਨੇ ਆਪਣੇ ਸਮਾਜ ਨੂੰ ਕਿਵੇਂ ਇਫੈਕਟ ਕੀਤਾ ਹੈ ਕਿ ਆਪਣੀ ਪੋਲਿਟਿਕਸ ਨੂੰ ਸਟੇਬਲ ਰੱਖਣ ਲਈ, ਆਪਣਾ ਵੋਟ ਬੈਂਕ ਪੱਕਾ ਕਰਨ ਲਈ ਫ੍ਰੀਬੀਜ਼ ਦੀ ਪੋਲਿਟਿਕਸ ਕੀਤੀ ਹੈ ਜੀ। ਫ੍ਰੀਬੀਜ਼ ਦੀ ਪੋਲਿਟਿਕਸ ਨਾਲ ਤੁਹਾਨੂੰ ਇਹ ਹੋ ਸਕਦਾ ਹੈ ਕਿ ਇਹ ਗੱਲ ਸੱਚ ਹੋਵੇ ਕਿ ਲੋਕਾਂ ਦਾ ਕੌਨਫੀਡੈਂਸ ਗਿਰ ਗਿਆ ਹੋਵੇ, ਆਪਣੇ ਉੱਪਰ ਉਹਨਾਂ ਦਾ ਭਰੋਸਾ ਖਤਮ ਹੋ ਗਿਆ ਕਿ ਉਹ ਤਾਂ ਬਿੱਲ ਵੀ ਭਰਨ ਜੋਗੇ ਨਹੀਂ ਹੈ, ਵੀ ਹੁਣ ਸਰਕਾਰ ਫ੍ਰੀ ਦੇਈ ਜਾ ਰਹੀ ਹੈ। ਇਹਦੇ ਪ੍ਰੋਜ਼ ਐਂਡ ਕੌਨਸ ਕੀ ਹੈ ਜੀ? ਮਨਵੀਰ, ਜਿਹੜੀ ਸਬਸਿਡੀ ਹੈ ਜਿਹਨੂੰ ਫ੍ਰੀ ਬੀਜ ਤੁਸੀਂ ਕਹਿ ਰਹੇ ਜੇ, ਇਕਨੋਮਿਕਸ ਵਿੱਚ ਅਸੀਂ ਇਹਨੂੰ ਟੈਂਪਰੇਰੀ ਮੇਜਰ ਗਿਣਦੇ ਹਾਂ ਕਿ ਥੋੜੇ ਸਮੇਂ ਲਈ ਕੁਛ ਦੀ ਮਦਦ ਕਰੋ। ਤੇ ਉਹ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਤਾਂ ਦੇਣਾ ਚਾਹੀਦਾ ਹੈਗਾ, ਭਾਵੇਂ ਬਿਜਲੀ ਹੈ, ਭਾਵੇਂ ਅਨਾਜ ਹੈ। ਜਿਹੜਾ ਭੁੱਖਾ ਮਰਦਾ ਲੋਕ ਹੈ, ਕੋਈ ਭੁੱਖਾ ਨਾ ਮਰੇ, ਉਹਨੂੰ ਦੇਣਾ ਚਾਹੀਦਾ। ਲੇਕਿਨ ਸਰਦੇ ਪਰਦੇ ਲੋਕ ਜਿਹੜੇ ਨੇ, ਤੁਹਾਡੇ ਵਰਗੇ ਮੇਰੇ ਵਰਗੇ ਲੋਕ ਨੇ, ਅਸੀਂ ਤਾਂ ਸਬਸਿਡੀ ਡਿਜ਼ਰਵ ਨਹੀਂ ਕਰਦੇ, ਨਾ ਕਦੀ ਮੰਗੀ ਹੈ, ਸਾਨੂੰ ਕਿਉਂ ਦਿੱਤੀ ਜਾ ਰਹੀ ਹੈ? ਮੈਨੂੰ ਬਿਜਲੀ ਕਿਉਂ ਫ੍ਰੀ ਦਿੱਤੀ ਜਾ ਰਹੀ ਹੈ? ਮੈਂ ਨਹੀਂ ਚਾਹੁੰਦਾ, ਮੈਂ ਇਨਕਮ ਟੈਕਸ ਪਈ ਹਾਂ। ਇਸੇ ਤਰ੍ਹਾਂ ਅਨਾਜ ਹੈ, ਜਿਹੜੇ ਲੋਕ ਐਸੇ ਨੇ ਜਿਨ੍ਹਾਂ ਦੀ ਆਰਥਿਕ ਪੋਜੀਸ਼ਨ ਅੱਛੀ ਹੈ, ਕੋਠੀਆਂ 'ਚ ਰਹਿੰਦੇ ਨੇ, ਉਹਨਾਂ ਨੂੰ ਮੁਫਤ ਅਨਾਜ ਕਿਉਂ ਦਿੱਤਾ ਜਾਂਦਾ ਹੈਗਾ? ਸੋ ਇਹ ਗੱਲਾਂ ਜਿਹੜੀਆਂ ਨੇ ਇਹ ਬਰਬਾਦੀ ਵੱਲ ਨੂੰ ਲਿਜਾਂਦੀਆਂ ਨੇ ਤੇ ਲੋਕਾਂ ਦਾ ਮਨੋਬਲ ਗਿਰਾਉਂਦੀਆਂ ਨੇ। ਔਰ ਇਹ ਜਿਹੜੀਆਂ ਟ੍ਰੈਡੀਸ਼ਨਲ ਪਾਲਿਸੀ ਨੇ, ਪਾਰਟੀਆਂ ਨੇ ਜਿਨ੍ਹਾਂ ਨੇ ਇਹ ਰੁਝਾਨ ਸ਼ੁਰੂ ਕੀਤਾ ਸੀ, ਉਹਨਾਂ ਨੂੰ ਲੋਕਾਂ ਨੇ ਰੱਦ ਕਰ ਦਿੱਤਾ ਪੰਜਾਬ 'ਚ। ਸੋ ਮੈਂ ਸਮਝਦਾ ਕਿ ਨਵੀਂ ਗਵਰਨਮੈਂਟ ਨੂੰ ਉਹਦੇ ਤੋਂ ਸਬਕ ਲੈਂਦਿਆਂ ਹੋਇਆਂ ਜਿਹੜੀ ਫ੍ਰੀ ਬੀ ਹੈ ਉਹ ਰੈਸ਼ਨਲ ਤਰੀਕੇ ਨਾਲ ਦੇਣੀਆਂ ਚਾਹੀਦੀਆਂ ਨੇ। ਬਿਜਲੀ ਜਿਵੇਂ ਆ, ਇਹਨਾਂ ਨੇ ਕਿਹਾ ਕਿ ਹਰ ਇੱਕ ਨੂੰ ਮੁਫਤ ਦੇ ਦਿਓ। ਮੈਂ ਸਮਝਦਾ ਕਿ ਇਹਦੇ ਵਿੱਚ ਵੀ ਜਿਹੜੇ ਲੋਕ ਬਿੱਲ ਦੇਣ ਦੇ ਕਾਬਲ ਨੇ, ਜਿਹੜੇ ਇਨਕਮ ਟੈਕਸ ਦਿੰਦੇ ਨੇ, ਜਿਨ੍ਹਾਂ ਦੀਆਂ ਤਨਖਾਹਾਂ ਕਾਫੀ ਜ਼ਿਆਦਾ ਨੇ, ਉਹਨਾਂ ਨੂੰ ਬਿਜਲੀ ਮੁਫਤ ਕਰਨ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਜਿਹੜੀਆਂ ਔਰਤਾਂ ਨੌਕਰੀ ਕਰਦੀਆਂ ਨੇ, ਉਹਨਾਂ ਨੂੰ 1000 ਰੁਪਈਆ ਮਹੀਨੇ ਦੀ ਦੇਣ ਦੀ ਲੋੜ ਨਹੀਂ ਹੈ। ਜਿਹੜੇ ਲੋਕ ਬੱਸਾਂ ਜਿਹੜੀਆਂ ਨੇ ਉਹਨਾਂ 'ਚ ਮੁਫਤ ਸਫ਼ਰ ਕਰਨ ਦੀ ਸਹੂਲਤ ਦੇਣ ਦੀ ਲੋੜ ਨਹੀਂ ਹੈ। ਇਨਫੈਕਟ ਜਿਹੜੇ ਲੋਕ ਚੰਗੇ ਭਲੇ ਨੇ, ਉਹਨਾਂ ਨੂੰ ਮੰਗਤੇ ਬਣਾਉਣ ਦੀ ਲੋੜ ਨਹੀਂ ਹੈ। ਤੋ ਕਿਉਂਕਿ ਉਹ ਪੋਲਿਟਿਕਸ ਰੱਦ ਹੋ ਚੁੱਕੀ ਹੈ ਪਿਛਲੇ ਸਮੇਂ ਦੇ ਵਿੱਚ, ਜੇ ਉਸ ਪੋਲਿਟਿਕਸ ਤੇ ਲੋਕ ਫੁੱਲ ਚੜਾਉਂਦੇ ਹੁੰਦੇ ਤੇ ਲੋਕੀ ਉਹਨਾਂ ਨੂੰ ਦੁਬਾਰਾ ਤਾਕਤ ਵਿੱਚ ਲਿਆਉਂਦੇ। ਤੇ ਇਸ ਕਰਕੇ ਮੈਂ ਸਮਝਦਾ ਕਿ ਉਸ ਤੋਂ ਸਬਕ ਸਿੱਖਦੇ ਹੋਏ ਸਾਨੂੰ ਸਬਸਿਡੀ ਵੀ ਰੈਸ਼ਨਲਾਈਜ਼ ਕਰਨੀਆਂ ਚਾਹੀਦੀਆਂ ਨੇ, ਔਰ ਨਾਲ ਦੀ ਨਾਲ ਸਾਧਨਾਂ ਦੀ ਠੀਕ ਵਰਤੋਂ ਕਰਨੀ ਚਾਹੀਦੀ ਹੈ। ਤੇ ਇਹ ਵਿਸ਼ਵਾਸ ਲੋਕਾਂ ਨੂੰ ਦਿਵਾਉਣਾ ਚਾਹੀਦਾ ਕਿ ਤੁਹਾਡੇ ਤੋਂ ਜਿਹੜੇ ਟੈਕਸ ਦੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ, ਉਹਨਾਂ ਦੀ ਦੁਰਵਰਤੋਂ ਨਹੀਂ ਹੋਏਗੀ। ਬੇਫਜ਼ੂਲੇ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਮੋਟੀਆਂ ਪੈਨਸ਼ਨਾਂ ਵਿਧਾਇਕਾਂ ਨੂੰ ਦੇਣ ਦੀ ਲੋੜ ਨਹੀਂ ਹੈ। ਸਰਵਿਸ ਦੀ ਕੁਆਲਿਟੀ ਵਧਾਉਣੀ ਚਾਹੀਦੀ ਹੈ, ਐਜੂਕੇਸ਼ਨ ਦੀ ਕੁਆਲਿਟੀ ਠੀਕ ਕਰਨੀ ਚਾਹੀਦੀ ਹੈ, ਹੈਲਥ ਠੀਕ ਕਰਨੀ ਚਾਹੀਦੀ ਹੈ, ਤੇ ਇਨਵੈਸਟਮੈਂਟ ਦਾ ਕਲਾਈਮੇਟ ਠੀਕ ਕਰਨ ਦੀ ਲੋੜ ਹੈ। ਔਰ ਇੱਕ ਰੋਡ ਮੈਪ ਬਣਾ ਕੇ ਸਿਸਟੇਮੈਟਿਕ ਤਰੀਕੇ ਦੇ ਨਾਲ ਕਰਜ਼ਾ ਰਿਟਾਇਰ ਕਰਨ ਦੀ ਵੱਲ ਨੂੰ ਵਧਣਾ ਚਾਹੀਦਾ ਹੈ। ਔਰ ਸਾਧਨ ਜਿਹੜੇ ਨੇ ਉਹਨਾਂ ਦੇ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਬਿਹਤਰ ਕਿਸਮ ਦੀਆਂ ਨੌਕਰੀਆਂ, ਸਹੂਲਤਾਂ ਦੇ ਕੇ ਉਹਨਾਂ ਦੇ ਕੰਮਕਾਜ ਵਧਾਉਣੇ ਚਾਹੀਦੇ ਨੇ। ਔਰ ਇਸ ਦੇ ਨਾਲ ਹੀ ਪੰਜਾਬ ਜਿਹੜਾ ਅੱਗੇ ਤਰੱਕੀ ਕਰ ਸਕਦਾ ਹੈ। ਇੱਕ ਗੱਲ ਮੈਂ ਲਾਸਟ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਲੋਕ ਪੰਜਾਬ ਦੇ ਬਾਹਰ ਨਹੀਂ ਜਾ ਸਕਦੇ। ਜਿਹੜੀ ਇਮੀਗ੍ਰੇਸ਼ਨ ਦੀ ਸਟੱਡੀਜ਼ ਨੇ ਉਹ ਦੱਸਦੀਆਂ ਨੇ ਕਿ ਜਿਹੜੇ ਬਾਹਰ ਜਾ ਰਹੇ ਨੇ ਇਸ ਵੇਲੇ ਲੋਕ, ਉਹ ਜ਼ਮੀਨਾਂ ਵਾਲੇ ਨੇ, ਸਾਧਨਾਂ ਵਾਲੇ ਨੇ। ਜਿਹੜੇ ਸਾਡਾ ਵਰਗ ਹੈ ਜਿਹਦੇ ਕੋਲ ਜ਼ਮੀਨ ਨਹੀਂ ਹੈ, ਉਹ ਬਹੁਤ ਲੋਕ ਘੱਟ ਬਾਹਰ ਜਾ ਰਹੇ ਨੇ। ਇਸ ਕਰਕੇ ਮੈਂ ਸਮਝਦਾ ਕਿ ਸਾਰੇ ਪੰਜਾਬ ਨੇ ਬਾਹਰ ਨਹੀਂ ਜਾਣਾ, ਬਹੁਤੇ ਹਿੱਸੇ ਪੰਜਾਬ ਦੇ ਨੇ ਇੱਥੇ ਰਹਿਣਾ। ਤੇ ਉਹਨਾਂ ਨੂੰ ਜੇ ਯਕੀਨ ਦਿਵਾਇਆ ਜਾਵੇ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੇ ਉਹ ਤੁਹਾਡੇ ਨਾਲ ਜ਼ਰੂਰ ਖੜਨਗੇ। ਇਹ ਲੈਸਨ ਸਿੱਖਣ ਦੀ ਲੋੜ ਹੈ। ਜਿਨ੍ਹਾਂ ਦੇਸ਼ਾਂ ਦੇ ਵਿੱਚ ਧਰਮ ਦੇ ਨਾਮ ਤੇ ਇੱਕ ਬੁਨਿਆਦ ਪ੍ਰਸਤੀ ਦੀ ਸਿਆਸਤ ਕੰਮ ਕਰਦੀ ਹੈ ਜੀ, ਜਿੱਥੇ ਇੱਕ ਐਕਸਟ੍ਰੀਮ ਰਾਈਟ ਵਿੰਗ ਜਾਂ ਆਪਾਂ ਕਹਿ ਲਈਏ ਹਾਵੀ ਹੈ, ਕਿ ਉਹਨਾਂ ਦੇਸ਼ਾਂ ਦੇ ਵਿੱਚ ਇਕਨੋਮਿਕ ਗਰੋਥ ਜ਼ਿਆਦਾ ਹੈ,
ਜਾਂ ਉਹ ਦੇਸ਼ ਜਿਹੜੇ ਕੰਪੈਰੀਟਿਵਲੀ ਸੈਂਟਰਿਸਟ ਨੇ ਜਾਂ ਥੋੜਾ ਜਿਹਾ ਲੈਫਟ ਲੀਨਿੰਗ ਨੇ, ਕਿਹੜੇ ਜਿਹੜਾ ਮਾਹੌਲ ਆ ਉਹ ਕੰਡਿਊਸਿਵ ਆ ਫॉर द ਇੰਡਸਟਰੀ, ਫॉर द ਗਰੋਥ ਐਂਡ ਡਿਵੈਲਪਮੈਂਟ? ਦੇਖੋ ਮਨੀਰ, ਮੈਂ ਨਾ ਸਾਊਥ ਏਸ਼ੀਆ ਦੇ ਕੋਈ ਕਿਤਾਬਾਂ ਵੀ ਐਡਿਟ ਕੀਤੀਆਂ ਨੇ ਤੇ ਮੈਂ ਕੁਝ ਇਹ ਦੇਖਿਆ ਵੀ ਹੈ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਇਹ ਤੰਗਦਿਲੀ ਵਾਲੀ ਸੋਚ ਹੈ ਕਿ ਇਹ ਜਿਹੜਾ ਸੂਬਾ ਹੈ ਜਾਂ ਦੇਸ਼ ਹੈ ਇੱਕ ਖਾਸ ਫਿਰਕੇ ਨੂੰ ਬਿਲੋਂਗ ਕਰਦਾ ਹੈ, ਉਹ ਦੇਸ਼ਾਂ ਦੇ ਵਿੱਚ ਵਾਇਲੈਂਸ ਹੋਈ ਹੈ, ਉਹਦੇ ਬਾਅਦ ਉੱਥੇ ਨਿਵੇਸ਼ ਨਹੀਂ ਹੋਇਆ ਔਰ ਪਛੜ ਗਏ ਨੇ। ਇਹਦੀ ਉਦਾਹਰਨ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਮਿਲਦੀ ਹੈ। ਪਾਕਿਸਤਾਨ ਹਿੰਦੁਸਤਾਨ ਨਾਲ ਵੀ ਅੱਗੇ ਸੀਗਾ, ਬੰਗਲਾਦੇਸ਼ ਨਾਲ ਤੇ ਬਹੁਤ ਅੱਗੇ ਸੀਗਾ। ਹੁਣ ਪਾਕਿਸਤਾਨ ਦੀ ਦੁਰਦਸ਼ਾ ਹੈ, ਬੰਗਲਾਦੇਸ਼ ਕਾਫੀ ਅੱਗੇ ਨਿਕਲ ਆਇਆ ਔਰ ਹਿੰਦੁਸਤਾਨ ਵੀ ਅੱਗੇ ਨਿਕਲ ਆਇਆ। ਔਰ ਇਸੇ ਤਰ੍ਹਾਂ ਅਫਗਾਨਿਸਤਾਨ ਹੈ, ਈਰਾਨ ਹੈ, ਇਰਾਕ ਹੈ। ਸੋ ਜਿਨ੍ਹਾਂ ਮੁਲਕਾਂ ਦੇ ਵਿੱਚ ਤੰਗ ਸੋਚ ਨਾਲ ਦੂਜਿਆਂ ਨੂੰ ਜਗ੍ਹਾ ਨਹੀਂ ਦੇਣ ਦੀ ਗੱਲ, ਫਿਰਕਾ ਪ੍ਰਸਤ ਤਰੀਕੇ ਨਾਲ ਚੱਲਦੇ ਨੇ ਤੇ ਵਾਇਲੈਂਸ ਕਰਦੇ ਨੇ, ਉੱਥੇ ਗਰੋਥ ਨਹੀਂ ਹੁੰਦੀ। ਇਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਵੀ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਵਾਇਲੈਂਸ ਪਿਛਲੇ 20-25 ਸਾਲ ਤੋਂ 30 ਸਾਲ ਤੋਂ ਚੱਲ ਰਹੀ ਹੈ, ਇਹ ਸੂਬਾ ਜਿਹੜਾ ਹੈ ਆਰਥਿਕ ਵਿਕਾਸ ਦੇ ਪੱਖੋਂ ਪਛੜ ਗਿਆ ਹੈਗਾ। ਪੰਜਾਬ ਵੀ ਪਛੜਿਆ ਹੈਗਾ। ਸਾਡੇ ਨਾਲ ਲੱਗਦੇ ਸੂਬੇ ਜਿਹੜੇ ਹਿਮਾਚਲ ਨੇ, ਹਰਿਆਣਾ ਹੈ, ਅੱਗੇ ਨਿਕਲ ਗਏ ਨੇ। ਸੋ ਇਸ ਕਰਕੇ ਮੈਂ ਸਮਝਦਾ ਕਿ ਜਿੱਥੇ ਲਿਬਰਲ ਸੋਚ ਹੈ, ਅਸੀਂ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦੇ ਹਾਂ, ਭਾਈਚਾਰਕ ਸਾਂਝ ਬਣਾ ਕੇ ਰੱਖਦੇ ਹਾਂ, ਮਿਲਵਰਤਨ ਰੱਖਦੇ ਹਾਂ, ਸਹਿਯੋਗ ਦਿੰਦੇ ਹਾਂ, ਉੱਥੇ ਤਰੱਕੀ ਹੁੰਦੀ ਹੈ। ਉੱਥੇ ਭਾਵੇਂ ਚੀਨ ਵਰਗਾ ਮੁਲਕ ਹੋਵੇ ਜਾਂ ਕੈਨੇਡਾ ਵਰਗਾ ਦੇਸ਼ ਹੋਵੇ ਜਾਂ ਅਮਰੀਕਾ ਦੇਸ਼ ਵਰਗਾ ਦੇਸ਼ ਹੋਵੇ, ਜਿੱਥੇ ਮਲਟੀ ਕਲਚਰਲਿਜ਼ਮ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਜਿੱਥੇ ਅਸੀਂ ਭਾਈਚਾਰਕ ਸਾਂਝ ਬਣਾ ਕੇ ਰੱਖਦੇ ਹਾਂ, ਜਿੱਥੇ ਅਸੀਂ ਇੱਕ ਦੂਜੇ ਨਾਲ ਮਿਲਵਰਤਨ ਨਾਲ ਕੰਮ ਕਰਦੇ ਹਾਂ, ਇੱਕ ਦੂਜੇ ਨੂੰ ਸਮਝਦੇ ਹਾਂ, ਇੱਕ ਦੂਜੇ ਦੀ ਮਦਦ ਕਰਨ ਨੂੰ ਤਿਆਰ ਹੈ, ਉੱਥੇ ਹੀ ਪ੍ਰਾਸਪੈਰਿਟੀ ਦੇ ਰਸਤੇ ਖੁੱਲ੍ਹਦੇ ਨੇ। ਜਿੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੂਜੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਈਏ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਇਲਾਕੇ ਦੇ ਨਾਂ ਤੇ, ਉਹ ਇਲਾਕੇ ਪਛੜ ਜਾਂਦੇ ਨੇ। ਔਰ ਜਦੋਂ ਬਾਹਰੋਂ ਲੋਕ ਆਉਂਦੇ ਨੇ ਜਾਂ ਮਿਲਵਰਤਨ ਵੱਖ-ਵੱਖ ਫਿਰਕਿਆਂ ਦੀ ਹੁੰਦੀ ਆ, ਤਾਂ ਉਹਦੇ ਨਾਲ ਵਿਕਾਸ ਹੁੰਦਾ ਹੈ। ਤੇ ਜਦੋਂ ਖੈਬੜਦੇ ਨੇ, ਆਪਸ ਵਿੱਚ ਲੜਦੇ ਨੇ, ਤਾਂ ਉਹਦੇ ਨਾਲ ਡਿਸਟਰਕਸ਼ਨ ਹੁੰਦੀ ਆ। ਤੇ ਇਹ ਲੈਸਨ ਹਿੰਦੁਸਤਾਨ ਨੂੰ ਵੀ ਸਿੱਖਣਾ ਚਾਹੀਦਾ, ਪੰਜਾਬ ਨੂੰ ਵੀ ਸਿੱਖਣਾ ਚਾਹੀਦਾ ਔਰ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ, ਕਿਉਂਕਿ ਜਿਹੜੀ ਆਰਥਿਕ ਵਿਕਾਸ ਦੀ ਪ੍ਰਕਿਰਿਆ ਦੁਨੀਆ ਦੇ ਵਿੱਚ ਪਿਛਲੇ 100 ਸਾਲ ਦੀ, ਉਹ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਜਿੱਥੇ ਅਸੀਂ ਇਸ ਤਰ੍ਹਾਂ ਦੀ ਤੰਗ ਸੋਚ ਲਿਆਂਦੀ ਹੈ, ਉੱਥੇ ਡਿਸਟਰਕਸ਼ਨ ਹੋਈ ਹੈ। ਜਰਮਨੀ ਦੇ ਵਿੱਚ ਜਦੋਂ ਹਿਟਲਰ ਨੇ ਜਿਹੜੇ ਲੋਕਾਂ ਦੇ ਖਿਲਾਫ, ਯਹੂਦੀਆਂ ਦੇ ਖਿਲਾਫ ਇਦਾਂ ਦਾ ਕੰਮ ਕੀਤਾ, ਤਾਂ ਫਿਰ ਡਿਸਟਰਕਸ਼ਨ ਹੋਈ ਬਹੁਤ ਜ਼ਿਆਦਾ ਔਰ ਕਾਫੀ ਜ਼ਿਆਦਾ ਪਿੱਛੇ ਚੱਲ ਗਿਆ। ਅੱਜ ਤਾਈਂ ਉਹ ਆਪਣੀ ਫੌਜ ਨਹੀਂ ਬਣਾ ਸਕਿਆ। ਤੋ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਵਰਤਾਰਾ ਹੈ, ਇਹਨੂੰ ਸਮਝਣ ਦੀ ਲੋੜ ਹੈ। ਔਰ ਜਿਹੜਾ ਮਨੁੱਖ ਦਾ ਕੁਦਰਤ ਨਾਲ ਸੰਬੰਧ ਹੈ ਤੇ ਮਨੁੱਖ ਦਾ ਮਨੁੱਖ ਨਾਲ ਸੰਬੰਧ ਹੈ, ਉਹ ਜਿੰਨੀ ਤਰ ਸਿਖਾਵਾ ਨਹੀਂ ਬਣਦਾ, ਆਰਥਿਕ ਵਿਕਾਸ ਦੀ ਪ੍ਰਕਿਰਿਆ ਅੱਗੇ ਨਹੀਂ ਚੱਲ ਸਕਦੀ। ਜਿੰਨਾ ਭਾਈਚਾਰਾ ਸਟਰੋਂਗ ਹੋਏਗਾ, ਉਨੀ ਰਾਜਨੀਤੀ ਵੀ ਵਧੀਆ ਮਿਲੇਗੀ ਔਰ ਉਨਾ ਹੀ ਅਰਥਚਾਰਾ ਵੀ ਸਟਰੋਂਗ ਹੋਏਗਾ। ਅਲਟੀਮੇਟਲੀ ਤੁਹਾਡਾ ਕਹਿਣਾ ਇਹ ਹੈ ਜੀ? ਯੈਸ, ਯੈਸ। ਜੀ ਸਰ, ਸਵਾਲ ਤਾਂ ਹਜੇ ਇਹ ਜਿਹੜਾ ਇਤਿਹਾਸਕ ਸੱਚ ਹੈ, ਇਹ ਕੋਈ ਮੈਂ ਆਪਣੇ ਕੋਲ ਬਣੀ ਬਣਾਈ ਗੱਲ ਨਹੀਂ ਕਹਿ ਰਿਹਾ ਜਾਂ ਕਿਸੇ ਦੀ ਕੋਟੇਸ਼ਨ ਨਹੀਂ ਦੇ ਰਿਹਾ। ਇਹ ਦੁਨੀਆ ਦਾ ਡੇਟਾ ਜਿਹੜਾ ਹੈ ਆਰਥਿਕ ਵਿਕਾਸ ਦਾ, ਉਹ ਸਾਨੂੰ ਸਪਸ਼ਟ ਰੂਪ ਦੇ ਵਿੱਚ ਇਹ ਲੈਸਨ ਦੇ ਰਿਹਾ ਹੈਗਾ। ਤੇ ਜੇ ਅਸੀਂ ਇਹ ਲੈਸਨ ਨਹੀਂ ਸਿੱਖਦੇ ਤਾਂ ਅਸੀਂ ਪਛੜ ਜਾਵਾਂਗੇ। ਔਰ ਜਿਹੜੇ ਲੋਕ ਇਤਿਹਾਸ ਤੋਂ ਲੈਸਨ ਲੈ ਕੇ ਅੱਗੇ ਨਹੀਂ ਤੁਰਦੇ, ਇਤਿਹਾਸ ਉਹਨਾਂ ਨੂੰ ਕਦੇ ਮਾਫ ਨਹੀਂ ਕਰਦਾ। ਸਵਾਲ ਤਾਂ ਹਜੇ ਹੋਰ ਵੀ ਬਹੁਤ ਆ ਰਹੇ ਨੇ ਕਿ ਤੁਹਾਡੇ ਤੋਂ ਪੁੱਛੀਏ, ਪਰ ਮੈਨੂੰ ਲੱਗਦਾ ਹੈ ਕਿ ਬੇਨਤੀ ਕਰਨੀ ਪਊਗੀ ਤੁਹਾਨੂੰ ਇੱਕ ਅਗਲਾ ਪ੍ਰੋਗਰਾਮ ਵੀ ਕਰਨ ਦੇ ਲਈ, ਕਿਉਂਕਿ ਇਹ ਜਿਹੜੀਆਂ ਗੱਲਾਂ ਨੇ, ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਖੂਬ ਸੁਣਨਗੇ, ਇਹਦੇ ਤੋਂ ਆਪਣੇ ਵਿਚਾਰਾਂ ਨੂੰ ਸਰਟਨਲੀ ਪ੍ਰਭਾਵਿਤ ਕਰਨਗੇ ਕਿ ਕਿੱਦਾਂ ਦਾ ਸਮਾਜ ਅਸੀਂ ਸਿਰਜਣਾ ਚਾਹੁੰਦੇ ਹਾਂ, ਕਿਹੜੇ ਪਾਸੇ ਨੂੰ ਅਸੀਂ ਵਹੀਰਾਂ ਕੱਤ ਕੇ ਤੁਰਨਾ ਚਾਹੁੰਦੇ ਹਾਂ। ਸੋ ਸੁੱਚਾ ਸਿੰਘ ਗਿੱਲ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਉਹਦੇ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ, ਪੰਜਾਬ ਨਾਲ ਸਾਂਝੇ ਕੀਤੇ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਸਰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਲ ਕਰਨ ਲਈ।